ਗੁਰਦਾਸਪੁਰ ਦੇ ਐਮਪੀ ਸਨੀ ਦਿਓਲ ਚਰਚਾ ਦਾ ਵਿਸ਼ੇ 'ਚ ਬਣੇ ਹੋਏ ਨੇ। ਕਦੇ ਬੰਗਲੇ ਦੀ ਨਿਲਾਮੀ ਹੋਣ ਦੇ ਨੋਟਿਸ ਨਿਕਲਦੇ ਨੇ, ਕਦੇ ਵਾਪਸ ਹੋ ਜਾਂਦੇ ਨੇ। ਗੁਰਦਾਸਪੁਰ ਦੇ ਲੋਕ ਜਿਹੜੇ ਲਗਾਤਾਰ ਉਹਨਾਂ ਨੂੰ ਸਵਾਲ ਕਰ ਰਹੇ ਨੇ, ਉਸ ਦਾ ਜਵਾਬ ਕੀ ਉਹ ਦੇ ਪਾਉਣਗੇ? ਕੀ ਉਹ ਕਰਜ਼ਾ ਮੋੜ ਪਾਉਣਗੇ? ਗੁਰਦਾਸਪੁਰੀ ਅੱਜ ਪਛਤਾ ਵੀ ਰਹੇ ਹੋਣਗੇ ਕਿ ਇਹੋ ਜਿਹੇ ਬੰਦੇ ਨੂੰ ਜਿਤਾ ਕੇ ਭੇਜਿਆ ਹੈਗਾ ਜਿਨ੍ਹਾਂ ਸਾਡੇ 4 ਪੈਸੇ ਵੀ ਵਾਪਸ ਨਹੀਂ ਮੋੜੇ। ਧੋਖੇਬਾਜ਼ ਆ ਇਹ, ਤੇ ਗੁਰਦਾਸਪੁਰੀਆਂ ਦਾ ਗਦਾਰ ਆ ਇਹ, ਤੇ ਇਹਸਾਨ ਫਰਮੋਸ਼ ਆ ਕਿਉਂਕਿ ਉਹ ਆਇਆ ਨਹੀਂ। ਪਹਿਲਾਂ ਤੇ ਬੈਂਕ ਆਫ ਬੜੌਦਾ ਨੇ ਨੋਟਿਸ ਕੱਢ ਦਿੱਤਾ, ਕੱਲ ਮੰਤਰਾਲੇ ਦਾ ਪ੍ਰੈਸ਼ਰ ਪੈ ਗਿਆ ਹੋਊਗਾ ਬੈਂਕਾਂ ਤੇ ਕਿ ਤੁਸੀਂ ਆ ਕੀ ਕੀਤਾ, ਤੁਹਾਨੂੰ ਪੁੱਛ ਕੇ ਚਾਹੀਦਾ। ਉਹ ਬਾਲੀਵੁੱਡ ਐਕਟਰ ਹੈ ਪਰ ਸਾਡਾ ਲੋਕ ਸਭਾ ਮੈਂਬਰ ਵੀ ਹੈ। ਹੋ ਸਕਦਾ ਕਿ ਇਸ ਵਾਰ ਹੁਣ ਗੁਰਦਾਸਪੁਰ ਦੀ ਬਜਾਏ ਕਿਤੇ ਚੰਡੀਗੜ੍ਹ ਤਾਰ ਦੇਣ, ਚੰਡੀਗੜ੍ਹ ਨਾਲ ਤਾਰ ਦੇ ਕਰਨਾਲ ਤਾਰ ਦੇਣ, ਕਰਨਾਲ ਨਾਲ ਤਾਰ ਦਿੱਲੀ ਤਾਰ ਦੇਣ। ਉਦਯੋਗਪਤੀਆਂ ਦਾ ਕਰਜ਼ਾ ਮਾਫ ਹੋਇਆ, ਕੀ ਪਤਾ ਇਹਦਾ ਵੀ ਕਰਜ਼ਾ ਮਾਫ ਹੋ ਜੇ। ਗੁਰਦਾਸਪੁਰੀਆਂ ਦਾ ਤੁਸੀਂ ਜਿਹੜਾ ਕਰਜ਼ਦਾਰ ਉਹ ਕਿਵੇਂ ਕਰਜ਼ਾ ਤਾਰੋਗੇ ਜਿਹੜਾ ਤੁਸੀਂ 5 ਸਾਲ ਬਰਬਾਦ ਕੀਤੇ? ਗੁਰਦਾਸਪੁਰ ਦੀ ਇੱਕ ਵੀ ਗੱਲ ਪਾਰਲੀਮੈਂਟ ਦੇ ਵਿੱਚ ਨਹੀਂ ਕੀਤੀ। ਤੁਹਾਡੀਆਂ ਹਾਜ਼ਰੀਆਂ ਜ਼ੀਰੋ, ਤੁਹਾਡੀ ਪ੍ਰੈਜ਼ੈਂਸ ਜ਼ੀਰੋ। ਤੁਸੀਂ ਠੇਕੇ ਤੇ ਦੇ ਦਿੱਤਾ, ਇੱਕ ਆਪਣੇ ਪੀਏ ਨੂੰ ਕਹਿ ਦਿੱਤਾ ਕਿ ਤੂੰ ਮੇਰੀ ਗੈਰ ਹਾਜ਼ਰੀ ਦੇ ਵਿੱਚ ਮਾਰਿਆ ਕਿ ਗੇੜਾ। ਪਹਿਲਾਂ ਤੁਸੀਂ ਉਹਨੂੰ ਦੇ ਜ਼ਿੰਮੇਵਾਰੀ, ਉਹ ਨਾਲ ਹੁੰਦੇ ਸੀ ਜਿਹੜੇ ਦੀਪ ਸਿੱਧੂ ਤੋਂ ਬਾਅਦ ਇੱਕ ਗਿਆਨੀ ਜੀ ਕਰਕੇ ਆ ਗਏ। ਗੁਰਦਾਸਪੁਰੀ ਦੇ ਸਬਕ ਸਿਖਾਉਣ ਨੂੰ ਬੈਠੇ ਨੇ ਕਿ ਆ ਹੁਣ 24 ਦੀਆਂ ਤੈਨੂੰ ਚੋਣਾਂ ਦੇ ਦੱਸੀਏ। ਤੇ ਗੁਰਦਾਸਪੁਰੀਆਂ ਦਾ ਗੁੱਸਾ ਛੇਤੀ ਠੰਡਾ ਹੋਣ ਵਾਲਾ ਤਾਂ ਨਹੀਂ ਹੈਗਾ। ਰੁਕਤਰ ਹੈਗੇ, ਇਹਨਾਂ ਨੂੰ ਤਾਂ ਲੜਾਉਣਾ ਨਹੀਂ ਚਾਹੀਦਾ। ਇਹ ਤਾਂ ਚੰਡੀਗੜ੍ਹ ਵਾਲੇ ਪਛਤਾ ਰਹੇ ਨੇ, ਉੱਥੇ ਗੁਰਦਾਸਪੁਰੀ ਪਛਤਾ ਰਹੇ ਨੇ ਹੈਗੇ, ਕਿਉਂਕਿ ਇਹਨਾਂ ਦਾ ਕੰਮ ਹੈ ਰੋਜੀ ਰੋਟੀ। ਇਹਨਾਂ ਨੂੰ ਹੱਥ ਜੋੜਨੇ ਤੇ ਆਉਂਦੇ ਨਹੀਂ ਆ। ਇਹਨਾਂ ਨੂੰ ਤੇ ਹੱਥ ਮਿਲਾ ਕੇ ਹੱਥ ਆਪਣੇ ਲੱਗਦੇ ਕਿ ਗੰਦੇ ਹੋ ਜਾਣਗੇ। ਉਹ ਫਿਲਮਾਂ ਦੇ ਵਿੱਚ ਨਲਕਾ ਪੁੱਟ ਦਿੰਦੇ। ਉਹ ਪੰਜਾਬ ਦੇ ਲੋਕਾਂ ਨੇ ਕੀ ਲੈਣਾ ਦੇਣਾ? ਨਾ ਤੁਸੀਂ ਕਿਸਾਨੀ ਅੰਦੋਲਨ ਵੇਲੇ ਬੋਲੇ, ਨਾ ਤੁਸੀਂ ਹੁਣ ਪੰਜਾਬ ਦੇ ਵਿੱਚ ਇੰਨੀ ਵਿਪਤਾ ਪਈ ਹੈਗੀ ਹੈ, ਤੁਹਾਡਾ ਕੋਈ ਫਰਜ਼ ਨਹੀਂ ਹੈਗਾ। ਗੁਰਦਾਸਪੁਰ ਡੁੱਬ ਰਿਹਾ ਹੈਗਾ ਤੇ ਲੋਕਾਂ ਨੇ ਅਜਿਹੇ ਸੰਨੀ ਦਿਓਲ ਨੂੰ ਚੱਟਣਾ ਹੈਗਾ। ਔਰ ਜਿੱਦਣ ਕਿਤੇ ਭੁੱਲ ਭੁਲੇਖੇ ਆ ਗਏ ਨਾ, ਫਿਰ ਗੁਰਦਾਸਪੁਰੀ ਫਿਰ ਤੁਹਾਡੇ ਨਾਲ ਜੋ ਕੁਝ ਕਰਨਗੇ ਉਹ ਗੁਰਦਾਸਪੁਰੀਆਂ ਨੂੰ ਪਤਾ ਹੈਗਾ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਦੂਕਾ। ਪੰਜਾਬ ਦੇ ਤੇ ਨਾਲ ਹੀ ਇੰਡੀਆ ਦੇ ਜੁੜੇ ਜਿਹੜੇ 2-3 ਮੁੱਦੇ ਨੇ ਅਹਿਮ, ਉਸ ਦੇ ਉੱਤੇ ਗੱਲਬਾਤ ਕਰਾਂਗੇ। ਖਾਸ ਕਰਕੇ ਇੱਕ ਮਸ਼ਹੂਰ ਅਦਾਕਾਰ ਔਰ ਗੁਰਦਾਸਪੁਰ ਦੇ ਐਮਪੀ ਸਨੀ ਦਿਓਲ ਚਰਚਾ ਦਾ ਵਿਸ਼ੇ 'ਚ ਬਣੇ ਹੋਏ ਨੇ। ਕਦੇ ਬੰਗਲੇ ਦੀ ਨਿਲਾਮੀ ਹੋਣ ਦੇ ਨੋਟਿਸ ਨਿਕਲਦੇ ਨੇ, ਕਦੇ ਵਾਪਸ ਹੋ ਜਾਂਦੇ ਨੇ। ਤੇ ਜਿਹੜੀ ਉਹਨਾਂ ਦੇ ਵੱਲੋਂ ਨੋਟਿਸ ਤਾਂ ਵਾਪਸ ਹੋ ਗਿਆ, ਪਰ ਗੁਰਦਾਸਪੁਰ ਦੇ ਲੋਕ ਜਿਹੜੇ ਲਗਾਤਾਰ ਉਹਨਾਂ ਨੂੰ ਸਵਾਲ ਕਰ ਰਹੇ ਨੇ, ਉਸ ਦਾ ਜਵਾਬ ਕੀ ਉਹ ਦੇ ਪਾਉਣਗੇ? ਕੀ ਉਹ ਕਰਜ਼ਾ ਮੋੜ ਪਾਉਣਗੇ? ਇਸ ਦੇ ਉੱਤੇ ਵੀ ਗੱਲ ਕਰਾਂਗੇ। ਨਾਲ ਗੱਲ ਕਰਾਂਗੇ ਹਰਗੋਬਿੰਦਪੁਰ ਵਿੱਚ ਹਲਕੇ ਦੇ ਵਿੱਚ ਜਿਹੜਾ ਸਬ ਇੰਸਪੈਕਟਰ ਨਾਲ ਕੁੱਟਮਾਰ ਹੋਈ। ਆਮ ਆਦਮੀ ਪਾਰਟੀ ਦੇ ਵਿਧਾਇਕ ਹੁਣ ਕਹਿ ਰਹੇ ਨੇ ਕਿ ਸਾਡੇ ਵਰਕਰਾਂ ਦੇ ਖਿਲਾਫ ਵੀ ਧੱਕਾ ਹੋ ਗਿਆ, ਇਨਸਾਫ ਦਿਓ। ਦੋ ਪਾਸਿਓਂ ਗੱਲ ਚੱਲ ਰਹੀ ਹੈ। ਔਰ ਤੀਜੀ ਗੱਲ ਕਰਾਂਗੇ 22 ਅਗਸਤ ਦਾ ਦਿਨ ਜਿਹੜਾ ਕਿ ਕਿਸਾਨਾਂ ਦਾ ਇੱਕ ਵੱਡਾ ਦਿਨ ਹੋ ਨਿਬੜਨ ਵਾਲਾ, ਕਿਉਂਕਿ ਚੰਡੀਗੜ੍ਹ 'ਚ ਮੋਰਚਾ ਲੱਗਣ ਜਾ ਰਿਹਾ। ਇਸ ਮੋਰਚੇ ਨੂੰ ਲੱਗਣ 'ਚ ਕਾਮਯਾਬੀ ਮਿਲਦੀ ਹੈ ਕਿ ਨਹੀਂ ਕਿਸਾਨਾਂ ਨੂੰ, ਇਸ ਦੇ ਉੱਤੇ ਵੀ ਗੱਲ ਕਰਾਂਗੇ, ਕਿਉਂਕਿ ਕਿਸਾਨ ਡਿਟੇਨ ਕੀਤੇ ਜਾ ਰਹੇ ਆ, ਉਹਨਾਂ ਨੂੰ ਬੰਦੀ ਬਣਾਇਆ ਜਾ ਰਿਹਾ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਸਭ ਤੋਂ ਪਹਿਲਾਂ ਗੱਲ ਕਰੀਏ, ਕਹਿੰਦੇ ਸਨੀ ਦਿਓਲ ਦੇ ਕਰਜ਼ੇ ਦੀ ਗੱਲ ਬਹੁਤ ਚੱਲੀ ਹੈ। ਕਹਿੰਦੇ ਕਰਜ਼ਦਾਰ ਹੋ ਗਏ, ਫਿਰ ਕਹਿੰਦੇ ਨੋਟਿਸ ਵਾਪਸ ਹੋ ਗਿਆ। ਪਰ ਇੱਕ ਹੋਰ ਕਰਜ਼ਾ ਉਹਨਾਂ ਦੇ ਸਿਰ ਤੇ ਬਹੁਤ ਵੱਡਾ, ਉਹ ਹੈ ਗੁਰਦਾਸਪੁਰ ਦੇ ਲੋਕਾਂ ਦਾ, ਗੁਰਦਾਸਪੁਰੀਆਂ ਦਾ। ਉਹ ਕਦੋਂ ਤੱਕ ਉਤਰੂਗਾ? ਸੰਦੀਪ, ਉਹ ਕਰਜ਼ ਤੇ ਕਦੀ ਵੀ ਸਨੀ ਦਿਓਲ ਨਹੀਂ ਤਾਰ ਸਕਦੇ। ਗੁਰਦਾਸਪੁਰੀ ਅੱਜ ਪਛਤਾ ਵੀ ਰਹੇ ਹੋਣਗੇ ਕਿ ਇਹੋ ਜਿਹੇ ਬੰਦੇ ਨੂੰ ਜਿਤਾ ਕੇ ਭੇਜਿਆ ਹੈਗਾ ਜਿਨ੍ਹਾਂ ਸਾਡੇ 4 ਪੈਸੇ ਵੀ ਵਾਪਸ ਨਹੀਂ ਮੋੜੇ। ਸਾਡਾ ਧੰਨਵਾਦ ਵੀ ਨਹੀਂ ਕੀਤਾ ਗਾ, ਸ਼ੁਕਰੀਆ ਵੀ ਨਹੀਂ ਕੀਤਾ ਗਾ। ਉਹ ਤਾਂ ਕਹਿੰਦੇ ਨੇ ਕਿ ਧੋਖੇਬਾਜ਼ ਆ ਇਹ, ਤੇ ਗੁਰਦਾਸਪੁਰੀਆਂ ਦਾ ਗਦਾਰ ਆ ਇਹ, ਤੇ ਇਹਸਾਨ ਫਰਮੋਸ਼ ਆ ਕਿਉਂਕਿ ਉਹ ਆਇਆ ਨਹੀਂ। ਔਰ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਤੁਸੀਂ ਬੀਜੇਪੀ ਦੇ ਲੋਕ ਸਭਾ ਮੈਂਬਰ ਹੋ, ਤੁਹਾਡੀ ਸੈਂਟਰ ਦੇ ਵਿੱਚ ਚੱਲਦੀ ਹੈ। ਸੈਂਟਰ 'ਚ ਕੀ ਚੱਲਦੀ? ਪੂਰੇ ਇੰਡੀਆ ਦੇ ਵਿੱਚ ਚੱਲਦੀ ਹੈਗੀ ਹੈ ਕਿ ਜਿੱਥੇ ਵੀ ਜੇ ਕਿਸੇ ਬੀਜੇਪੀ ਦੇ ਲੀਡਰ ਨੂੰ ਪੈਰ 'ਚ ਕੰਡਾ ਵੀ ਲੱਗ ਜੇ ਨਾ, ਤੇ ਉਹ ਮੈਨੂੰ ਲੱਗਦਾ ਸਿੱਧੇ ਏਮਸ ਤੋਂ ਡਾਕਟਰ ਆਉਣਗੇ। ਜਿਵੇਂ ਪਹਿਲਾਂ ਤੇ ਬੈਂਕ ਆਫ ਬੜੌਦਾ ਨੇ ਨੋਟਿਸ ਕੱਢ ਦਿੱਤਾ ਕੱਲ ਕਿ ਅਸੀਂ 25 ਸਤੰਬਰ ਨੂੰ ਤੇਰਾ ਜਿਹੜਾ ਜੂਹੂ ਦੇ ਵਿੱਚ ਘਰ ਹੈਗਾ ਉਹਦੀ ਨਿਲਾਮੀ ਕਰ ਦੇਣੀ ਹੈ, ਕਿਉਂਕਿ ਤੁਸੀਂ ਜਿਹੜਾ 56 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਉਹਦੇ 4 ਪੈਸੇ ਵਾਪਸ ਨਹੀਂ ਮੋੜੇ, ਤੁਸੀਂ ਡਿਫਾਲਟਰ ਹੋ। ਠੀਕ ਹੈ, ਲਾਜ਼ਮੀ ਤੌਰ ਤੇ ਜਿਵੇਂ ਅੱਜ ਕਾਂਗਰਸ ਪਾਰਟੀ ਨੇ ਸਵਾਲ ਖੜੇ ਕੀਤੇ ਨੇ, ਹੋ ਸਕਦਾ ਕਿਸੇ ਨਾ ਕਿਸੇ ਮੰਤਰਾਲੇ ਦਾ ਪ੍ਰੈਸ਼ਰ ਪੈ ਗਿਆ ਹੋਊਗਾ ਬੈਂਕਾਂ ਤੇ ਕਿ ਤੁਸੀਂ ਆ ਕੀ ਕੀਤਾ, ਤੁਹਾਨੂੰ ਪੁੱਛ ਕੇ ਚਾਹੀਦਾ। ਉਹ ਬਾਲੀਵੁੱਡ ਐਕਟਰ ਹੈ ਪਰ ਸਾਡਾ ਲੋਕ ਸਭਾ ਮੈਂਬਰ ਵੀ ਆ। ਸਾਨੂੰ ਲੋਕ ਸਭਾ ਮੈਂਬਰ ਪਿਆਰਾ ਹੈਗਾ, ਤੇ ਇਸ ਕਰਕੇ ਉਹ ਨੋਟਿਸ ਜਿਹੜਾ ਉਹਨਾਂ ਨੇ ਵਾਪਸ ਲੈ ਲਿਆ। ਵੀ ਇੱਦਾਂ ਦੀ ਕੋਈ ਗੱਲ ਨਹੀਂ, ਤਕਨੀਕੀ ਕਾਰਨ ਕਰਕੇ ਨੋਟਿਸ ਲੈ ਲਿਆ। ਇਹਦਾ ਮਤਲਬ ਹੈ ਕਿ ਸਨੀ ਦਿਓਲ ਦੀ ਚੱਲਦੀ ਆ, ਬੀਜੇਪੀ ਦੇ ਖਾਸਮ ਖਾਸ ਆ। ਹੋ ਸਕਦਾ ਕਿ ਇਸ ਵਾਰ ਹੁਣ ਗੁਰਦਾਸਪੁਰ ਦੀ ਬਜਾਏ ਕਿਤੇ ਚੰਡੀਗੜ੍ਹ ਤਾਰ ਦੇਣ, ਚੰਡੀਗੜ੍ਹ ਨਾਲ ਤਾਰ ਦੇ ਕਰਨਾਲ ਤਾਰ ਦੇਣ, ਕਰਨਾਲ ਨਾਲ ਤਾਰ ਦਿੱਲੀ ਤਾਰ ਦੇਣ। ਮਤਲਬ ਸਨੀ ਦਿਓਲ ਨੂੰ ਬੀਜੇਪੀ ਨਹੀਂ ਛੱਡਣ ਵਾਲੀ। ਹੁਣ 56 ਕਰੋੜ ਦਾ ਕਰਜ਼ਾ ਤੇ ਬਥੇਰਿਆਂ ਦੇ ਇੱਥੇ ਪਹਿਲਾਂ ਹਿੰਦੁਸਤਾਨ ਦੇ ਵੱਡੇ ਵੱਡੇ ਉਦਯੋਗਪਤੀਆਂ ਦਾ ਕਰਜ਼ਾ ਮਾਫ ਹੋਇਆ, ਕੀ ਪਤਾ ਇਹਦਾ ਵੀ ਕਰਜ਼ਾ ਮਾਫ ਹੋ ਜੇ। ਹੁਣ
ਉਹ 56 ਕਰੋੜ ਰੁਪਈਆ ਚਾਹੇ ਸੰਨੀ ਦਿਓਲ ਦੀ ਗਦਰ 2 ਨੇ 400 ਕਰੋੜ ਰੁਪਈਏ ਕਮਾ ਲਏ ਨੇ, ਹੋ ਸਕਦਾ ਉਹਦੇ 'ਚੋਂ 56 ਕਰੋੜ ਰੁਪਈਆ ਜਿਹੜਾ ਉਹਦੇ ਹਿੱਸੇ ਦਾ ਆ ਉਹ ਬੈਂਕ ਵਾਲਿਆਂ ਨੂੰ ਦੇ ਦੇਣ। ਜੇ ਨਾ ਵੀ ਦੇ ਕੀ ਪਤਾ ਸਰਕਾਰੀ ਦਰਬਾਰੇ ਕੋਈ ਨਾ ਕੋਈ ਮਦਦ ਕਰਦੇ, ਉਹਦੇ ਤੇਰਾ ਕਰਜ਼ ਉਤਰ ਗਿਆ। ਗੁਰਦਾਸਪੁਰੀਆਂ ਦਾ ਤੁਸੀਂ ਜਿਹੜਾ ਕਰਜ਼ਦਾਰ ਉਹ ਕਿਵੇਂ ਕਰਜ਼ਾ ਉਤਾਰੋਗੇ ਜਿਹੜਾ ਤੁਸੀਂ 5 ਸਾਲ ਬਰਬਾਦ ਕੀਤੇ ਆ। ਗੁਰਦਾਸਪੁਰ ਦੀ ਇੱਕ ਵੀ ਗੱਲ ਪਾਰਲੀਮੈਂਟ ਦੇ ਵਿੱਚ ਨਹੀਂ ਕੀਤੀ, ਤੁਹਾਡੀਆਂ ਹਾਜ਼ਰੀਆਂ ਜ਼ੀਰੋ, ਤੁਹਾਡੀ ਪ੍ਰੈਜੈਂਸ ਜ਼ੀਰੋ। ਤੁਸੀਂ ਠੇਕੇ ਤੇ ਦੇ ਦਿੱਤਾ, ਇੱਕ ਆਪਣੇ ਪੀਏ ਨੂੰ ਕਹਿ ਦਿੱਤਾ ਕਿ ਤੂੰ ਮੇਰੀ ਗੈਰ ਹਾਜ਼ਰੀ ਦੇ ਵਿੱਚ ਮਾਰਿਆ ਕੀ ਗੇੜਾ। ਪਹਿਲਾਂ ਤੁਸੀਂ ਉਹਨੂੰ ਦੇ ਜ਼ਿੰਮੇਵਾਰੀ, ਉਹ ਨਾਲ ਹੁੰਦੇ ਸੀ ਜਿਹੜੇ ਦੀਪ ਸਿੱਧੂ ਤੋਂ ਬਾਅਦ ਇੱਕ ਗਿਆਨੀ ਜੀ ਕਰਕੇ ਆ ਗਏ, ਫਿਰ ਉਸ ਤੋਂ ਬਾਅਦ ਬੀਜੇਪੀ ਵਾਲੇ ਵਿਹਲੇ ਹੋ ਗਏ। ਬੀਜੇਪੀ ਵਾਲਿਆਂ ਨੇ ਕਦੀ ਕਿਹਾ ਨਹੀਂ ਹੈਗਾ ਕਿ ਸਾਡਾ ਸੰਨੀ ਹੈਗਾ। ਹੁਣ ਸਵਾਲ ਆ ਕਿ ਹੁਣ ਇਹ ਮਸਲੇ ਦੇ ਵਿੱਚ ਗੁਰਦਾਸਪੁਰੀਏ ਦੇ ਸਬਕ ਸਿਖਾਉਣ ਨੂੰ ਬੈਠੇ ਨੇ ਵੀ ਆ ਹੁਣ 24 ਦੀਆਂ ਤੈਨੂੰ ਚੋਣਾਂ ਦੇ ਦੱਸੀਏ, ਪਰ ਪਤਾ ਨਹੀਂ ਹੁਣ ਇਹ ਸਵਾਲ ਹੈ ਕਿ ਗੁਰਦਾਸਪੁਰੀਆਂ ਦਾ ਗੁੱਸਾ ਛੇਤੀ ਠੰਡਾ ਹੋਣ ਵਾਲਾ ਤਾਂ ਨਹੀਂ ਹੈਗਾ। ਪਰ ਹੁਣ ਇਹ ਕੀ ਪਤਾ ਸੰਨੀ ਦਿਓਲ ਦੀ ਬਜਾਏ ਕਿਸੇ ਹੋਰ ਨੂੰ ਉਤਾਰਤਾ ਤੇ ਠੰਡਾ ਹੋ ਜੇ, ਕਿਉਂਕਿ ਅੱਜ ਕੱਲ੍ਹ ਦੇਸ਼ ਦੀ ਸਿਆਸਤ ਕੀ ਆ ਕਿ ਜਿਹੜੇ ਵੀ ਪੋਲੀਟੀਸ਼ੀਅਨ ਦੇ ਖਿਲਾਫ ਲੋਕਾਂ ਨੂੰ ਗੁੱਸਾ ਆਉਂਦਾ ਉਹਨੂੰ ਸਾਈਡ ਤੋਂ ਕਰਕੇ ਕਿਸੇ ਹੋਰ ਨੂੰ ਮੈਦਾਨ ਵਿੱਚ ਉਤਾਰ ਦਿੰਦੇ। ਹੁਣ ਮੰਨ ਲਓ ਕਿ ਸੰਨੀ ਦਿਓਲ ਨੇ ਤੇ ਆਉਣਾ ਨਹੀਂ, ਸੰਨੀ ਦਿਓਲ ਦਾ ਨਾਂ ਲੋਕਾਂ ਨੇ ਹੁਣ ਗੁਰਦਾਸਪੁਰੀਆਂ ਨੇ ਮੂੰਹ ਵੇਖਣਾ ਤੇ ਨਾ ਉਹਨੇ ਵਿਖਾਉਣ ਆਉਣਾ, ਤੇ ਇਸ ਕਰਕੇ ਹੋ ਸਕਦਾ ਕਿ ਉਹਦਾ ਕਰਜ਼ੇ ਤੇ ਉਤਾਰ ਨਹੀਂ ਸਕਦੇ ਸੰਨੀ ਦਿਓਲ ਸਾਹਿਬ। ਪਰ ਬੀਜੇਪੀ ਨੇ ਸੀਟ ਤੇ ਛੱਡਣੀ ਨਹੀਂ ਹੈਗੀ, ਕਿਸੇ ਨਾ ਕਿਸੇ ਨੂੰ ਤੇ ਦੇਣਗੇ। ਜਵਾਬ ਅਗਲੇ ਨੂੰ ਔਖਾ ਹੋ ਜਾਣਾ ਦੇਣਾ ਜਿਹੜਾ ਵੀ ਕੈਂਡੀਡੇਟ ਹੋਇਆ, ਕਿ ਪੁੱਛਣਾ ਲੋਕਾਂ ਨੇ ਕਿ ਪਹਿਲਾਂ ਵਾਲੇ ਐਮਪੀ ਜਿਹੜੇ ਬਣਾਏ ਸੀ ਉਹ ਤਾਂ ਕਦੇ ਦਰਸ਼ਨ ਨਹੀਂ ਸੀ ਦਿੱਤੇ ਉਹਨਾਂ ਨੇ, ਹੁਣ ਤੁਸੀਂ ਕੀ ਕਰਨਾ ਸਾਡਾ। ਲੋਕੀ ਇੰਨੇ ਨਹੀਂ ਹੈਗੇ, ਲੋਕੀ ਤਾਂ ਕਹਿੰਦੇ ਕਿ ਮੌਕਾ ਕੀ ਹੈਗਾ, ਉਹ ਕਹਿਣਗੇ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾਹ, ਹਨਾ। ਉਹ ਤਾਂ ਕੀ ਪਤਾ ਉਹ ਜਿਹੜੇ ਸੰਨੀ ਦਿਓਲ ਦੇ ਨਾਲ ਹੀ ਪਾਪ ਚਲ ਗਏ ਹੋਣਗੇ ਗੁਰਦਾਸਪੁਰ ਦੇ, ਵੀ ਉਹ ਤਾਂ ਕਦੀ ਆਇਆ ਨਹੀਂ ਹੈਗਾ। ਹੁਣ ਗੁਰਦਾਸਪੁਰ ਤੋਂ ਜਿਹੜਾ ਹੁਣ ਗਾਂਹ ਕੌਣ ਲੜਦੇ ਨੇ ਕਿ ਉਹ ਜਿਹੜੇ ਵਿਨੋਦ ਖੰਨਾ ਦੀ ਜਿਹੜੀ ਧਰਮ ਪਤਨੀ ਹੈ ਕਵਿਤਾ ਖੰਨਾ ਉਹ ਲੜਨਗੇ, ਜਾਂ ਕੋਈ ਹੋਰ ਐਕਟਰ ਫੜ ਕੇ ਬੀਜੇਪੀ ਵਾਲੇ ਭੇਜ ਦੇਣਗੇ, ਜਾਂ ਪ੍ਰਧਾਨ ਸਾਹਿਬ ਖੁਦ ਵੀ ਆ ਸਕਦੇ ਮੈਦਾਨ। ਪ੍ਰਧਾਨ ਸਾਹਿਬ ਹੁਣ ਸੁਨੀਲ ਜਾਖੜ ਸਾਹਿਬ ਵੀ ਹਾਲੇ ਤੋਂ ਕਹਿੰਦੇ ਕਿ ਮੈਂ ਇਲੈਕਸ਼ਨ ਨਹੀਂ ਲੜਨੀ, ਬਾਅਦ ਚ ਕਹਿ ਦਿੰਦੇ ਕਿ ਜੋ ਪਾਰਟੀ ਦੇ ਹੁਕਮ ਉਹ ਸਿਰ ਮੱਥੇ। ਉੱਥੇ ਅਸ਼ਵਨੀ ਸ਼ਰਮਾ ਬੈਠੇ ਨੇ, ਹੋਰ ਵੀ ਬਹੁਤ ਸਾਰੇ ਬੈਠੇ ਹੈਗੇ ਨੇ, ਪਰ ਸਵਾਲ ਇਹ ਕਿ ਗੁੱਸਾ ਕੱਢ ਵੀ ਸਕਦੇ ਨੇ ਜਿਹੜੇ ਅੱਗੇ ਤੇ ਸੰਨੀ ਦਿਓਲ ਆਇਆ ਨਹੀਂ, ਪਰ ਲੋਕਲ ਥੋੜਾ ਜਿਹਾ ਹੁੰਦਾ ਕਿ ਨਹੀਂ ਬੰਦਾ ਤੇ ਇੱਥੇ ਹੀ ਆ ਨਾ। ਇਹ ਤਾਂ ਇੰਡੀਆ ਦੇ ਵਿੱਚ ਕਲਚਰ ਹੀ ਬੰਦ ਹੋ ਜਾਣਾ, ਜਿਹੜੇ ਐਕਟਰ ਉਕਟਰ ਹੈਗੇ ਇਹਨਾਂ ਨੂੰ ਤਾਂ ਲੜਾਉਣਾ ਨਹੀਂ ਚਾਹੀਦਾ। ਇਹ ਤਾਂ ਚੰਡੀਗੜ੍ਹ ਵਾਲੇ ਪਛਤਾ ਰਹੇ ਨੇ, ਉੱਥੇ ਗੁਰਦਾਸਪੁਰੀਏ ਪਛਤਾ ਰਹੇ ਨੇ ਹੈਗੇ, ਕਿਉਂਕਿ ਇਹਨਾਂ ਦਾ ਕੰਮ ਹੈ ਰੋਜੀ ਰੋਟੀ, ਇਹਨਾਂ ਨੂੰ ਹੱਥ ਜੋੜਨੇ ਤੇ ਆਉਂਦੇ ਨਹੀਂ ਆ। ਇਹਨਾਂ ਨੂੰ ਤੇ ਹੱਥ ਮਿਲਾ ਕੇ ਹੱਥ ਆਪਣੇ ਲੱਗਦੇ ਕਿ ਗੰਦੇ ਹੋ ਜਾਣਗੇ, ਠੀਕ ਹੈ ਜੀ। ਤੇ ਕਈ ਵਾਰ ਬਾਅਦ ਜੇ ਡਿਟੋਲ ਨਾਲ ਧੋਂਦੇ ਹੋਣੇ ਨਾ, ਤੇ ਇਸ ਕਰਕੇ ਲੀਡਰ ਉਹੀ ਚਾਹੀਦੇ ਨੇ ਜਿਹੜੇ ਹਰ ਘਰ ਦੇ ਆਸ ਸਕਦੇ ਨੇ, ਲੋਕਾਂ ਦੇ ਵਿੱਚ ਰਹਿਣੇ, ਲੋਕਾਂ ਦੇ ਵਿੱਚ ਨਹੀਂ ਰਹਿੰਦੇ। ਇਹਨਾਂ ਕਿਹੜੇ ਦੂਜੇ ਪੋਲੀਟੀਸ਼ੀਅਨਾਂ ਵਾਂਗੂ 2 ਨੰਬਰ ਦੀਆਂ ਕਮਾਈਆਂ ਕਰਨੇ ਹੁੰਦੇ। ਇਹ ਕਹਿੰਦੇ ਸਾਡੀ ਕਮਾਈ ਤਾਂ ਉਹੀ ਆ, ਬਾਲੀਵੁੱਡ 'ਚ ਅਸੀਂ 4 ਫਿਲਮਾਂ ਬਣਾਉਣੀਆਂ, ਟੀਵੀ ਸ਼ੋਅ ਦੇ ਵਿੱਚ ਜੱਜ ਬਣਾ, ਸਾਡੀ ਤਾਂ ਉਹ ਹੀ ਇਨਕਮ ਆ। ਸਾਨੂੰ ਦੂਜਿਆਂ ਲੀਡਰਾਂ ਵਾਂਗੂ ਉਹ ਆਉਂਦੀਆਂ ਨਹੀਂ ਆ, ਚੋਰੀਆਂ ਮੋਰੀਆਂ ਆਉਂਦੀਆਂ ਨਹੀਂ। ਪਰ ਸਵਾਲ ਇਹ ਕਿ ਸੰਨੀ ਦਿਓਲ ਨੂੰ ਪਹਿਲਾਂ ਹੀ ਚਾਹੀਦਾ ਜੇ ਤੁਸੀਂ ਇਲੈਕਸ਼ਨ ਲੜਨੀ ਆ, ਠੀਕ ਹੈ, ਤੇ ਤੁਹਾਨੂੰ ਉਹ ਗੁਰਦਾਸਪੁਰ ਦੀ ਗੱਲ ਕਰਨੀ ਚਾਹੀਦੀ ਆ। ਲੋਕੀ ਕਿਉਂ 3 ਵਾਰਾਂ ਕਿਉਂ ਜਿੱਤਿਆ ਵਿਨੋਦ ਖੰਨਾ, ਕਿਉਂਕਿ ਉਹ ਗੁਰਦਾਸਪੁਰੀਆਂ ਦੀ ਗੱਲ ਕੀਤੀ ਉਹਨੇ, ਲਗਾਤਾਰ ਜਿੱਤਦੇ ਰਹੇ ਨੇ। ਇਸ ਕਰਕੇ ਜਿਹੜਾ ਵੀ ਬੰਦਾ ਜੋ ਵੀ ਹੈ, ਚਾਹੇ ਕੋਈ ਖਿਡਾਰੀ ਆ, ਚਾਹੇ ਬਾਲੀਵੁੱਡ ਤੋਂ ਅਦਾਕਾਰ ਆ, ਜਿਹੜਾ ਲੋਕਾਂ ਦੇ ਵਿੱਚ ਰਹੂਗਾ ਉਹ ਜਿੱਤੂਗਾ। ਹੁਣ ਇਹ ਦਿਨੇ ਜਿੱਦਾਂ ਹਿਮਾ ਮਾਲਿਨੀ ਮੈਡਮ ਆ, ਵਾਢੀਆਂ ਦੇ ਸੀਜ਼ਨ ਦੇ ਵਿੱਚ ਫੜ ਕੇ ਦਾਤਰੀ ਤੇ ਕਣਕ ਵੱਢਣ ਲੱਗ ਪਏ। ਜਿਹੜੇ ਤੁਸੀਂ ਫਾਰਮੈਲਿਟੀਆਂ ਜਿਹੀਆਂ ਕਰਦੇ ਨਾ, ਫੋਟੋ ਸੈਸ਼ਨ ਹੁੰਦਾ, ਉਹ ਫਿਰ ਲੋਕੀ ਬਰਦਾਸ਼ਤ ਨਹੀਂ ਕਰਦੇ। ਹੁਣ ਲੋਕਾਂ ਨੇ ਜਿਹੜਾ ਫਿਲਮਾਂ ਦੇ ਵਿੱਚ ਨਲਕਾ ਪੁੱਟ ਦਿੰਦੇ, ਉਹ ਪੰਜਾਬ ਦੇ ਲੋਕਾਂ ਨੇ ਕੀ ਲੈਣਾ ਦੇਣਾ। ਨਾ ਤੁਸੀਂ ਕਿਸਾਨੀ ਅੰਦੋਲਨ ਵੇਲੇ ਬੋਲੇ, ਨਾ ਤੁਸੀਂ ਹੁਣ ਪੰਜਾਬ ਦੇ ਵਿੱਚ ਇੰਨੀ ਵਿਪਤਾ ਪਈ ਹੈਗੀ ਹੈ, ਤੁਹਾਡਾ ਕੋਈ ਫਰਜ਼ ਨਹੀਂ ਹੈਗਾ। ਗੁਰਦਾਸਪੁਰ ਡੁੱਬ ਰਿਹਾ ਹੈਗਾ, 2 ਵਾਰਾਂ ਡੁੱਬ ਗਿਆ, ਕੋਈ ਇੱਕ ਵੀ ਸ਼ਬਦ ਬੋਲਿਆ ਹੈਗਾ। ਤੇ ਹੁਣ ਸੁਨੀਲ ਜਾਖੜ ਸਾਹਿਬ ਕਿਹੜੇ ਮੂੰਹ ਦੇ ਨਾਲ ਗੱਲ ਕਰਨਗੇ ਜਾ ਕੇ ਉੱਤੇ ਨਾ। ਪਹਿਲਾਂ ਤਾਂ ਸੁਨੀਲ ਜਾਖੜ ਸਿੰਘ ਕਹਿੰਦੇ ਸੀ ਕਿ ਨੇਤਾ ਤੇ ਅਭਿਨੇਤਾ 'ਚ ਬੜਾ ਫਰਕ ਹੁੰਦਾ, ਨੇਤਾ ਗਰਾਊਂਡ ਨਾਲ ਜੁੜੇ ਹੁੰਦੇ ਆ, ਅਭਿਨੇਤਾ ਉੱਪਰ ਆਉਂਦੇ ਨੇ। ਹੁਣ ਤੁਹਾਨੂੰ ਸੰਨੀ ਦਿਓਲ ਦਾ ਪੱਖ ਪੂਰਨਾ ਪੈ ਰਿਹਾ ਮਜਬੂਰੀ ਵਸ, ਜਾਂ ਅਸ਼ਵਨੀ ਸ਼ਰਮਾ ਨੇ, ਜਾਂ ਬੀਜੇਪੀ ਦੇ ਹੋਰ ਜਿਹੜੇ ਲੀਡਰ ਹੈਗੇ ਨੇ। ਜਿਹੜਾ ਬੰਦਾ ਔਖੀ ਘੜੀ ਦੇ ਵੇਲੇ ਵੀ ਤੁਹਾਡੀ ਬਾਂਹ ਨਹੀਂ ਫੜਦਾ, ਤੁਹਾਡਾ ਝੂਠੇ ਦਿਖਾਵੇ ਵਾਸਤੇ ਤੁਹਾਨੂੰ ਹੌਸਲਾ ਨਹੀਂ ਦਿੰਦਾ, ਤੇ ਲੋਕਾਂ ਨੇ ਅਜਿਹੇ ਸੰਨੀ ਦਿਓਲ ਨੂੰ ਚੱਟਣਾ ਹੈਗਾ। ਮਤਲਬ ਇਹਨਾਂ ਦਾ ਇਹੀ ਆ ਕਿ ਨਾਮ ਵੱਡੇ ਨੇ ਤੇ ਦਰਸ਼ਨ ਛੋਟੇ ਨੇ, ਕਹਿੰਦੇ ਨੇ ਨਾਮ ਵੱਡੇ ਦਰਸ਼ਨ ਛੋਟੇ। ਧਰਮਿੰਦਰ ਸਾਹਿਬ ਦਾ ਵੀ ਇਹੀ ਹਾਲ ਸੀ, ਉਹ ਰਾਜਸਥਾਨ ਵੱਲੋਂ ਇੱਕ ਵਾਰ MP ਬਣ ਗਏ, ਬਾਅਦ 'ਚ ਰਾਜਸਥਾਨ 'ਚ ਬਾਅਦ 'ਚ ਵੜੇ ਨਹੀਂ ਹੈਗੇ। ਸੰਨੀ ਦਿਓਲ ਵੀ ਹੁਣ MP ਬਣ ਗਿਆ, ਵੜੇ ਨਹੀਂ ਹੈਗੇ। ਕੱਲ੍ਹ ਨੂੰ ਬੋਬੀ ਦਿਓਲ ਕਿਸੇ ਜਗ੍ਹਾ ਤੋਂ ਬੀਜੇਪੀ ਨੇ ਬਣਾ ਦਿੱਤਾ ਹੈਗਾ, ਇੱਕ ਵਾਰ MP ਬਣ ਜੂ, ਤੁਹਾਡੇ ਕੋਲ 1 ਨੰਬਰ ਤੇ ਵੱਧ ਗਿਆ ਨਾ, ਫਿਰ 5 ਸਾਲ ਗਾਇਬ ਹੋ ਜਾਣਗੇ। ਇਹ ਜਿਹੜੀ ਸਿਆਸਤ ਹੈ ਦੇਸ਼ ਵਾਸਤੇ ਮਾੜੀ ਹੈਗੀ। ਪਰ ਹੁਣ ਸਵਾਲ ਹੈ ਕਿ ਤੁਸੀਂ ਉੱਥੋਂ ਦਾ ਕਰਜ਼ਾ ਉਤਾਰ ਦੋਗੇ, ਜਾਂ ਤੁਹਾਡੀ ਕਿਸੇ ਨਾ ਕਿਸੇ ਸੈਂਟਰ 'ਚੋਂ ਜਾਂ ਕਿਤੇ ਨਾ ਫੋਨ ਚੱਲ ਗਿਆ ਬੈਂਕ ਵਾਲਿਆਂ ਨੂੰ, ਤੁਹਾਡਾ ਖਹਿੜਾ ਛੁੱਟ ਗਿਆ। ਹੁਣ ਕੋਈ ਮਾਤੜ ਬੰਦੇ ਕੋਈ 56 ਰੁਪਈਏ ਵੀ ਬੈਂਕ ਵਾਲਿਆਂ ਨੇ ਲੈਣੇ ਹੁੰਦੇ ਨਾ, ਜਾਂ ਕਿਸਾਨਾਂ ਦੇ,
ਨੋਟਿਸ ਨਹੀਂ ਲਾ ਦਿੰਦੇ ਬਾਹਰ ਉਹਦੇ ਘਰ, ਉਹਨੂੰ ਬਦਨਾਮ ਕਰਦੇ ਹੈਗੇ ਨੇ। ਵੱਡੇ ਸ਼ਬਦਾਂ 'ਚ ਡਿਫਾਲਟਰ ਲਿਖ ਦਿੰਦੇ ਆ, ਰੈੱਡ ਐਂਟਰੀ ਪਾ ਦਿੰਦੇ ਹੈਗੇ ਵੀ ਡਿਫਾਲਟਰ, ਤੁਹਾਨੂੰ ਕੋਈ ਵੀ ਬੈਂਕ ਕਰਜ਼ਾ ਨਹੀਂ ਦੇ ਸਕਦੀ ਹੈਗੀ। ਤੇ ਹੁਣ ਸੰਨੀ ਦਿਓਲ ਨੂੰ ਨੋਟਿਸ ਵੀ ਕੱਢਿਆ, ਨੋਟਿਸ ਵਾਪਸ ਵੀ ਲੈ ਲਿਆ। ਮਤਲਬ ਅਮੀਰ ਦੇ ਹਿਸਾਬ ਦੇ ਨਾਲ ਵੀ ਤੁਹਾਡੀ ਅਮੀਰੀ ਕਿੰਨੀ ਆ, ਤੁਹਾਡੀ ਪਹੁੰਚ ਕਿੰਨੀ ਆ, ਤੇ ਤੁਹਾਨੂੰ ਸਲੂਟ ਵੱਜਦੇ ਹੈਗੇ ਨੇ। ਪਰ ਇਹ ਆ ਕਿ ਤੁਸੀਂ 56 ਕਰੋੜ ਦਾ ਕਰਜ਼ਾ ਤੇ ਭਾਵੇਂ ਉਤਾਰ ਦਿਓ, ਪਰ ਗੁਰਦਾਸਪੁਰੀਆਂ ਦਾ ਜਿਹੜਾ ਕਰਜ਼ਾ ਵਾ ਉਹ ਤੁਸੀਂ ਜ਼ਿੰਦਗੀ ਭਰ ਨਹੀਂ ਉਤਾਰ ਸਕਦੇ। ਔਰ ਜਿੱਦਣ ਕਿਤੇ ਭੁੱਲ ਭੁਲੇਖੇ ਆ ਗਏ ਨਾ, ਫਿਰ ਗੁਰਦਾਸਪੁਰੀ ਫਿਰ ਤੁਹਾਡੇ ਨਾਲ ਜੋ ਕੁਝ ਕਰਨਗੇ ਉਹ ਗੁਰਦਾਸਪੁਰੀਆਂ ਨੂੰ ਪਤਾ ਹੈਗਾ। ਜੇ ਕਿਤੇ ਤੁਹਾਨੂੰ ਫਿਰ ਉੱਥੇ ਮੈਦਾਨ ਦੇ ਵਿੱਚ ਉਤਾਰਤਾ ਤੇ ਫਿਰ ਤੁਹਾਨੂੰ ਲੱਗਦਾ ਫਿਰ ਈਵੀਐਮ ਮਸ਼ੀਨਾਂ ਵਿੱਚ ਵਾਰੀ-ਵਾਰੀ ਦੇਖੋਗੇ ਕਿ ਇਹਦੇ 'ਚੋਂ ਵੋਟਾਂ ਨਿਕਲੀਆਂ ਕਿ ਨਹੀਂ ਨਿਕਲੀਆਂ, ਜਾਂ ਕਿੰਨੀਆਂ ਕੀ ਪਈਆਂ ਹੈਗੀਆਂ। ਜੀ, ਇੱਕ ਹੋਰ ਬੜਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਪਿਛਲੇ ਦਿਨਾਂ ਤੋਂ ਮੁੱਦਾ, ਉਹ ਸ਼੍ਰੀ ਹਰਗੋਬਿੰਦਪੁਰ ਸਾਹਿਬ ਹਲਕਾ ਜਿਹੜਾ ਪੈਂਦਾ, ਉੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੁਣ ਕੁਝ ਹੋਰ ਹੀ ਕਹਿ ਰਹੇ ਆ। ਉਹ ਕਹਿੰਦੇ ਮੇਰੇ ਵਰਕਰਾਂ ਨਾਲ ਉਲਟਾ ਧੱਕਾ ਹੋ ਗਿਆ, ਸਬ ਇੰਸਪੈਕਟਰ ਤਾਂ ਝੂਠ ਬੋਲਦਾ, ਨਾ ਪੱਗ ਉਤਰੀ ਆ, ਉਹ ਸੀਸੀਟੀਵੀ ਫੁਟੇਜ ਦੇਖ ਲਓ, ਕਹਿੰਦੇ ਆਰਾਮ ਨਾਲ ਆਪਦੇ ਸਾਧਨ ਤੇ ਆਇਆ ਔਰ ਚਲਾ ਵੀ ਗਿਆ। ਮੈਨੂੰ ਤੇ ਹੈਰਾਨੀ ਹੁੰਦੀ ਹੈ ਜਿਹੜੇ ਉੱਥੋਂ ਐਮਐਲਏ ਨੇ ਅਮਰਪਾਲ ਸਿੰਘ ਸਾਹਿਬ ਤੇ, ਕਿ ਤੁਸੀਂ ਕੁੱਟਿਆ ਗਾ। ਜੇ ਤੁਸੀਂ ਕੁੱਟਿਆ ਨਹੀਂ, ਜੇ ਤੁਸੀਂ ਕੁੱਟਾਇਆ ਨਹੀਂ, ਤੇ ਤੁਸੀਂ ਕਿਉਂ ਪੱਖ ਪੂਰਦੇ ਹੈਗੇ ਨੇ? ਜਿਹੜੇ ਦੋਸ਼ੀ ਨੇ ਉਹ ਫਰਾਰ ਨੇ, ਦੋਸ਼ੀ ਕਿਉਂ ਨਹੀਂ ਸਾਹਮਣੇ ਆ ਰਹੇ? ਮਤਲਬ ਤੁਸੀਂ ਖਾਮ ਹੀ ਪੱਖ ਪੂਰ ਰਹੇ ਹੋ, ਮਦਈ ਬਣ ਰਹੇ ਹੋ ਤੁਸੀਂ। ਤੁਹਾਡਾ ਕੀ ਲੈਣਾ ਦੇਣਾ? ਤੁਸੀਂ ਕਹਿ ਰਹੇ ਹੋ ਵੀ ਇਸ ਮਸਲੇ 'ਚ ਮੇਰੇ ਸਾਥੀਆਂ ਨੂੰ ਵੀ ਇਨਸਾਫ ਦਿਓ। ਤੁਸੀਂ ਤੇ ਐਮਐਲਏ, ਤੁਹਾਡੇ ਦਫ਼ਤਰ ਦੇ ਵਿੱਚ ਆ ਕੇ ਤੇ ਥਾਣੇਦਾਰ ਕੁੱਟਿਆ ਗਿਆ, ਉਹਨੂੰ ਕੁੱਟਵਾਇਆ ਗਿਆ, ਤੇ ਹੁਣ ਤੁਸੀਂ ਉਹਨਾਂ ਦੋਸ਼ੀਆਂ ਦਾ ਸਾਥ ਦੇ ਰਹੇ ਹੋ ਜਿਨ੍ਹਾਂ ਨੇ ਥਾਣੇਦਾਰ ਕੁੱਟਿਆ ਗਿਆ। ਤੇ ਕਿਰਤੇ ਯਕੀਨ ਮੰਨੀਏ, ਤੁਹਾਡੀ ਸਰਕਾਰ ਆ, ਤੁਹਾਡੀ ਤੇ ਇੰਨੀ ਚੱਲ ਰਹੀ ਆ ਵੀ ਤੁਹਾਡੇ ਕਰਕੇ ਪੁਲਿਸ ਨੇ ਅਜੇ ਤੱਕ, ਬਟਾਲਾ ਪੁਲਿਸ ਨੇ 2 ਦੋਸ਼ੀ ਨਹੀਂ ਫੜੇ ਹੈਗੇ। ਜੇ ਕੋਈ ਹੋਰ ਹੁੰਦਾ ਕਿਸੇ ਪਾਰਟੀ ਦਾ ਤੇ ਉਹਨੂੰ ਫੜੇ ਜਾਣੇ ਸੀ। ਤੁਸੀਂ ਤੇ ਅੱਗੇ ਪਲੱਸ ਪੁਆਇੰਟ ਜਾ ਰਹੇ, ਤੁਹਾਡਾ ਤੇ ਅੱਗੇ ਐਜ ਹੈਗਾ, ਤੁਹਾਡਾ ਤੇ ਅੱਗੇ ਟੌਰ ਹੈਗਾ ਵੀ ਤੁਹਾਡੇ ਵਰਕਰ ਸੀ ਜਥੇ ਹਲਕੇ ਦੇ ਤੁਸੀਂ ਲੀਡਰ ਬਣਾਏ, ਉਹਨਾਂ ਥਾਣੇਦਾਰ ਸ਼ਰੇਆਮ ਕੁੱਟਿਆ ਗਿਆ, ਤੇ ਹੁਣ ਤੁਸੀਂ ਫਿਰ ਵੀ ਕੀ ਨਾ ਬੰਦਾ ਕੁੱਟ ਕੇ ਵੀ ਤੇ ਰੋਣ ਲੱਗ ਪਏ। ਇਹ ਤਾਂ ਨਿਆਣੇ ਵਾਲੀ ਖੇਡ ਹੋ ਗਈ ਨਾ, ਬੰਦਾ ਕੁੱਟ ਵੀ ਤੇ ਰੋਣ ਵੀ ਲੱਗ ਪੈਂਦਾ। ਤੁਸੀਂ ਅਗਲੇ ਨੂੰ ਕੁੱਟ ਵੀ ਲਿਆ, ਹੁਣ ਉਲਟਾ ਰੋ ਵੀ ਰਹੇ ਹੋ। ਇਸ ਮਸਲੇ 'ਚ ਬਟਾਲੇ ਪੁਲਿਸ ਨੇ ਤਾਂ ਅੱਗੇ ਤੁਹਾਡਾ ਬੜਾ ਸਾਥ ਦੇ ਦਿੱਤਾ ਹੈਗਾ, ਤੁਹਾਡੇ ਬੰਦੇ ਨਹੀਂ ਫੜੇ ਹੈਗੇ। ਹੁਣ ਤੁਸੀਂ ਕਹਿ ਰਹੇ ਕਿ ਨਹੀਂ, SHO ਜਿਹੜਾ ਸਬ ਇੰਸਪੈਕਟਰ ਕੈਲਾਸ਼ ਚੰਦਰ ਆ, ਉਹਨੇ ਜੀ ਗਾਲਾਂ ਕੁੜੀਆਂ ਦੀਆਂ ਲੈ ਕੇ ਵੀਡੀਓ ਧਮਕੀਆਂ ਦਿੰਦੀਆਂ। ਤੁਸੀਂ ਕੀ SSP ਨੂੰ ਸ਼ਿਕਾਇਤ ਕੀਤੀ ਸੀ ਉਹਦੀ? ਕੀ ਤੁਸੀਂ DSP ਨੂੰ ਸ਼ਿਕਾਇਤ ਕੀਤੀ ਸੀ ਕਿ ਤੁਹਾਡਾ ਜਿਹੜਾ ਸਬ ਇੰਸਪੈਕਟਰ ਕੈਲਾਸ਼ ਚੰਦਰ ਆ ਜੀ, ਇਹ ਸਾਡੇ ਵਰਕਰਾਂ ਨੂੰ ਬਦਨਾਮ ਕਰਦਾ, ਧਮਕਾਉਂਦਾ, ਥ੍ਰੈਟ ਦਿੰਦਾ ਹੈਗਾ, ਡਰਾਉਂਦਾ, ਬਲੈਕਮੇਲ ਕਰਦਾ? ਕੋਈ ਰਿਟਨ ਸ਼ਿਕਾਇਤ ਦਿੱਤੀ? ਜੇ ਰਿਟਨ ਸ਼ਿਕਾਇਤ ਦਿੱਤੀ ਹੁੰਦੀ ਤਾਂ ਉੱਥੋਂ ਦੇ ਬਟਾਲੇ ਦੇ SSP ਉਹਦਾ ਤਬਾਦਲਾ ਕਰ ਦਿੰਦੇ, ਕਿਸੇ ਹੋਰ ਥਾਣੇ 'ਚ ਲਾ ਦਿੰਦੇ। ਮਤਲਬ ਹੁਣ ਤੁਹਾਡੇ ਜਿਹੜਾ ਤੁਸੀਂ ਰੋ ਰਹੇ ਨਾ, ਇਹਦੇ ਕੋਈ ਮਾਇਨੇ ਨਹੀਂ ਆ। ਠੀਕ ਹੈ, ਕਿਉਂਕਿ ਤੁਹਾਡੀ ਸਰਕਾਰ ਹੈ, ਤੁਹਾਡੇ ਹਿਸਾਬ ਦੇ ਨਾਲ ਬਟਾਲਾ ਪੁਲਿਸ ਚੱਲ ਰਹੀ ਆ, ਪਰ ਇਹ ਨਹੀਂ ਹੈ ਕਿ ਤੁਸੀਂ ਦੋਸ਼ੀਆਂ ਦਾ ਸਾਥ ਦਿਓ। ਤੁਸੀਂ ਇਹ ਤਾਂ ਕਹਿ ਰਹੇ ਕਿ ਉਹਦੇ ਖਿਲਾਫ ਹੀ ਪਰਚਾ ਦਰਜ ਕਰੋ। ਇਹ ਕਿਉਂ ਨਹੀਂ ਕਹਿ ਰਹੇ ਕਿ ਇਹਦੀ ਜਿਹੜੀ ਜਾਂਚ ਆ ਇਹ ਖੁਦ SSP ਕਰੇ, ਪਤਾ ਲੱਗ ਜੇ ਕੌਣ ਸੱਚਾ ਕੌਣ ਝੂਠਾ ਇਸ ਮਸਲੇ ਦੇ ਵਿੱਚ। ਔਰ ਦੂਜਾ ਇਹ ਕਿ ਤੁਸੀਂ ਉਹਨੂੰ ਬੁਲਾ ਰਹੇ ਨੇ, ਜਦੋਂ ਰਾਜ਼ੀਨਾਮਾ ਕਰਵਾਈਦਾ ਹੁੰਦਾ ਨਾ, ਦੋਨਾਂ ਧਿਰਾਂ ਨੂੰ ਦੱਸੀਦਾ ਹੁੰਦਾ ਕਸੂਰ ਕਿਹਦਾ ਕਿ। ਤੁਸੀਂ ਹੁਣ ਇੱਕ ਪਾਸਾ ਲੈ ਰਹੇ ਹੋ, ਔਰ ਤੁਸੀਂ ਆਪਣੇ ਦਫ਼ਤਰ 'ਚ ਬੁਲਾਇਆ ਹੈਗਾ। ਤੁਸੀਂ ਕਹਿੰਦੇ ਕਿ ਮੈਂ ਦਫ਼ਤਰ ਦੇ ਵਿੱਚ ਸੀ ਲੇਕਿਨ ਮੇਰੇ ਸਾਹਮਣੇ ਨਹੀਂ ਕੁੱਟਿਆ ਹੈਗਾ। ਤੁਸੀਂ ਕਹਿੰਦੇ ਕੁਝ ਹੋਇਆ ਨਹੀਂ, ਕੋਈ ਪੱਗ ਨਹੀਂ ਲੱਤੀ, ਤੁਸੀਂ ਉਹਦੇ ਪੱਗ ਨੂੰ ਫੈਸ਼ਨ ਦੱਸਦੇ ਹੋ। ਪੱਗ ਤੇ ਤੁਸੀਂ ਵੀ ਆਪ ਲੋੜ ਪੈਣ ਤੇ ਬੰਨ੍ਹਦੇ ਹੋ। ਤੁਸੀਂ ਵੀ ਜ਼ਿਆਦਾਤਰ ਜਿਹੜੀਆਂ ਤੁਹਾਡੀਆਂ ਤਸਵੀਰਾਂ ਤੁਸੀਂ ਟੋਪੀ ਪਾ ਕੇ ਘੁੰਮਦੇ ਹੋ, ਤੇ ਕੀ ਮੰਨ ਲਈਏ ਕਿ ਅਮਰਪਾਲ ਸਿੰਘ ਹੁਣੀ ਵੀ ਪੱਗ ਲੋੜ ਪੈਣ ਤੇ ਬੰਨ੍ਹਦੇ ਹੈਗੇ ਨੇ? ਮਤਲਬ ਜਿਸ MLA ਸਾਹਿਬ ਨੂੰ ਪੱਗ ਦੀ ਪਰਿਭਾਸ਼ਾ ਨਹੀਂ ਪਤਾ, ਪੱਗ ਦਾ ਇਤਿਹਾਸ ਨਹੀਂ ਪਤਾ, ਉਹ ਇੱਕ ਸਬ ਇੰਸਪੈਕਟਰ ਆ, ਮੰਨ ਲਿਆ ਕੋਈ ਹਿੰਦੂ ਭਾਈਚਾਰੇ ਦੇ ਵਿੱਚ ਜੰਮਿਆ ਲੇਕਿਨ ਪੱਗ ਤੇ ਬੰਨ੍ਹਦਾ ਨਹੀਂ। ਉਹ ਅਮਰਪਾਲ ਸਿੰਘ ਸਾਹਿਬ ਨੂੰ ਚਾਹੀਦਾ ਕਿ ਮਾਲਵੇ ਦੇ ਵਿੱਚ ਚਲੇ ਜਾਓ, 80% ਜਿਹੜਾ ਹਿੰਦੂ ਭਾਈਚਾਰਾ ਹੈਗਾ ਉਹ ਪੱਗਾਂ ਬੰਨ੍ਹਦਾ ਹੈਗਾ। ਮਤਲਬ ਪੱਗ ਕਿਸੇ ਧਰਮ ਦੀ ਨਹੀਂ ਹੈਗੀ। ਤੁਸੀਂ ਤੇ ਆਪ ਟੋਪੀ ਪਾ ਕੇ ਘੁੰਮਦੇ ਹੋ, ਸਰਦਾਰ ਬੰਦਾ ਤੇ ਟੋਪੀ ਪਾਇਆ ਘੁੰਮਦਾ ਉਹ ਨਹੀਂ ਚੰਗਾ ਲੱਗਦਾ ਹੈਗਾ। ਫਿਰ ਤੁਸੀਂ MLA ਟੋਪੀ ਪਾ ਕੇ ਘੁੰਮੇ, ਇਹ ਸਵਾਲ ਨਹੀਂ ਹੈਗਾ। ਪਰ ਹੁਣ ਗੱਲ ਇਹ ਆ ਕਿ ਤੁਸੀਂ ਇਸ ਲੈਵਲ ਤੇ ਹੁਣ ਕਹਿ ਰਹੇ ਕਿ ਮੇਰੇ ਬੰਦਿਆਂ ਨੂੰ ਵੀ ਇਨਸਾਫ ਦਿਓ। ਇੱਕ ਤੁਸੀਂ ਥਾਣੇਦਾਰ ਕੁੱਟ ਲਿਆ, ਹੁਣ ਇਨਸਾਫ ਵੀ ਮੰਗ ਰਹੇ ਹੋ। ਹੋਰ ਥਾਣੇਦਾਰ ਦੀ ਉਦਾਹਰਨ ਦਿੰਦੇ ਆ, ਜਿਹੜੇ ਉਹ 2 ਮੁੰਡੇ ਡੁੱਬ ਗਏ ਆ ਛਾਲ ਮਾਰ ਕੇ, ਹਾਲੇ ਤੱਕ ਡੈੱਡ ਬੋਡੀਜ਼ ਨਹੀਂ ਮਿਲੀਆਂ। ਉਸ ਥਾਣੇਦਾਰ ਦਾ ਹਵਾਲਾ ਵੀ ਦੇ ਰਹੇ ਸੀ ਅੱਜ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਦੇਖੋ ਉੱਥੇ ਵੀ ਧੱਕਾ ਕਰਤਾ, ਇੱਥੇ ਵੀ ਇਹ ਪੁਲਿਸ ਕਰਦੀ ਆਏ ਆ। ਥੋੜਾ ਜਿਹਾ ਇਸ਼ਾਰਾ ਉਹਨਾਂ ਨੇ ਵੀ ਕੀਤਾ। ਨਹੀਂ, ਪਰ ਉੱਥੇ ਜਿਹੜਾ ਜਲੰਧਰ ਦਾ ਨੇਚਰ ਆ ਕੇਸ ਦੀ ਉਹ ਹੋਰ ਆ, ਤੇਰੇ ਵਾਲੇ ਪਾਸੇ ਹੋਰ ਆ। ਤੁਸੀਂ ਇੱਕ ਥਾਣੇਦਾਰ ਨੂੰ ਕੁੱਟਿਆ ਹੈਗਾ। ਪਹਿਲੀ ਇਹ ਮੰਨੋ ਕਿ ਤੁਸੀਂ ਕਹਿੰਦੇ ਹੁਣ CCTV ਫੁਟੇਜ ਆ ਗਈ ਆ, ਕੀ CCTV ਤੁਹਾਡੇ ਬਾਹਰ ਲੱਗੀ ਸੀ?
ਕਮਰੇ 'ਚ ਕੁੱਟਿਆ, ਬਾਹਰ ਕੁੱਟਿਆ ਹੋ ਗਿਆ, ਤੁਹਾਡੇ ਹੀ ਜਦੋਂ ਤੁਹਾਡਾ ਹੀ ਦਫ਼ਤਰ ਆ, ਉੱਥੇ ਤੁਹਾਡਾ ਹੀ ਸਭ ਕੁਝ ਸਿੱਕਾ ਚੱਲਦਾ ਹੈਗਾ, ਤੁਹਾਡੇ ਉੱਥੇ ਵਰਕਰ ਬੈਠੇ ਹੈਗੇ ਨੇ। ਕਿਹੜਾ ਬੰਦਾ ਵਾ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਉਸ MLA ਦੇ ਖਿਲਾਫ ਜਾਂ MLA ਦੇ ਵਰਕਰਾਂ ਦੇ ਖਿਲਾਫ ਬੋਲੂਗਾ? ਜਿਹੜੇ ਉੱਥੇ ਲੋਕ ਹਾਜ਼ਰ ਹੋਣਗੇ ਉਹ ਕਹਿਣਗੇ ਕਿ ਜੇ ਬੰਦੇ ਥਾਣੇਦਾਰ ਨੂੰ ਕੁੱਟ ਸਕਦੇ ਨੇ ਤੇ ਮਹੱਤੜ ਬੰਦੇ ਨੇ ਆਪਣੇ ਮੌਰ ਪੜਵਾਉਣੇ ਹੈਗੇ ਨੇ, ਜਾਂ ਉਹਨੇ ਆਪਣੇ ਚੱਡੇ ਪੜਵਾਉਣੇ ਹੈਗੇ ਨੇ। ਇੱਕ ਅੱਧਾ ਕੰਮ ਕਰਾਉਣ ਆਏ ਆ ਉਹ ਜਮਾ ਨਹੀਂ ਹੋਣਾ। ਉਹ ਕੰਮ ਛੱਡੋ ਹੈਗੇ, ਅਗਲੇ ਦਾ ਰਹਿਣਾ ਮੁਸ਼ਕਲ ਹੋ ਜਾਊਗਾ। ਹਰ ਗੰਮੇ ਤੋਂ ਪਰ ਉਹਨੂੰ ਹਲਕਾ ਕਿ ਪੰਜਾਬ ਛੱਡਣਾ ਪਊਗਾ। ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਆ, ਪਰ ਉਹ ਸਵਾਲ ਆ ਕਿ ਜਿਹੜੇ SHO ਨੂੰ ਕੁੱਟਿਆ ਗਿਆ, ਸਬ ਇੰਸਪੈਕਟਰ ਨੂੰ, ਉਹ ਵਿਚਾਰੇ ਦੇ ਹਜੇ ਇਨਸਾਫ ਨਹੀਂ ਮਿਲਿਆ। ਉਹ ਕਹਿੰਦਾ ਮੈਨੂੰ ਇਨਸਾਫ ਚਾਹੀਦਾ, MLA ਕਹਿੰਦਾ ਮੈਨੂੰ ਚਾਹੀਦਾ। ਹੁਣ ਬਟਾਲੇ ਦੇ SSP ਜਾਂ ਬਟਾਲਾ ਪੁਲਿਸ ਦੇ ਕਿ ਮੈਂ ਇਨਸਾਫ ਕਿਹਨੂੰ ਦੇਣਾ ਹੈਗਾ? ਹੁਣ ਕੀ ਕਰਨਗੇ? ਉਹ ਸਬ ਇੰਸਪੈਕਟਰ ਦੇ ਵੀ ਪਰਚਾ ਦਰਜ ਕਰਵਾ ਦੇਣਗੇ, ਕਿਉਂਕਿ MLA ਦਾ ਕਾਨੂੰਨ ਆ, MLA ਦੀ ਚੱਲਦੀ ਹੈਗੀ ਆ। ਫਿਰ ਉਹ ਮਜਬੂਰੀ ਵਸ, ਕਿਉਂਕਿ ਉਹਦੀ ਅਜੇ 4 ਸਾਲ ਦੀ ਸਰਵਿਸ ਪਈ ਆ ਕਲਾਸ ਚੰਦਰ ਹੋਣਾ ਦੀ, ਠੀਕ ਹੈ, 54 ਸਾਲ ਦੀ ਉਮਰ ਆ, 58 ਸਾਲ 'ਚ ਰਿਟਾਇਰਮੈਂਟ ਹੋ ਜਾਣਾ। ਅਗਲਾ ਕਹੂਗਾ ਪੰਗਾ ਪੈ ਜਾਣਾ ਹੈਗਾ, ਰਾਜੀਨਾਮਾ, ਤੇ ਉਹ ਫਿਰ ਉਹਨੂੰ ਮਜਬੂਰ ਕਰ ਦੇਣਗੇ ਬਟਾਲਾ ਪੁਲਿਸ ਜਾਂ MLA। ਇਸ ਮਸਲੇ ਦੇ ਵਿੱਚ ਹੁਣ ਇਹ ਕਿਹੜਾ ਪਾਰਟ, ਕੌਣ ਸਿਆਸਤ ਕਰ ਰਿਹਾ? ਹੁਣ ਉਹ MLA ਸਾਹਿਬ ਕਹਿ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਹੋਣੇ ਸਿਆਸਤ ਕਰ ਰਹੇ ਨੇ। ਸਿਆਸਤ ਉਦੋਂ ਹੁੰਦੀ ਹੈ ਜਦੋਂ ਤੁਸੀਂ ਗਲਤੀ ਕਰਦੇ ਹੋ। ਸਿਆਸਤ ਉਦੋਂ ਹੁੰਦੀ ਜਦੋਂ ਤੁਸੀਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋ। ਸਿਆਸਤ ਉਦੋਂ ਹੁੰਦੀ ਹੈ ਜਦੋਂ ਤੁਸੀਂ ਵਧੀਕੀਆਂ ਤੇ ਧੱਕੇਸ਼ਾਹੀ ਕਰਦੇ ਹੋ। ਇੱਥੇ ਧੱਕੇਸ਼ਾਹੀ ਹੋਈ, ਵਧੀਕੀ ਹੋਈ ਆ, ਅਤਿਆਚਾਰ ਹੋਇਆ, ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਔਰ ਇੱਕ MLA ਦੇ ਦਫ਼ਤਰ ਦੇ ਵਿੱਚ, MLA ਚਾਹੇ ਹੈ ਚਾਹੇ ਨਹੀਂ ਹੈ, ਜੇ ਤੁਹਾਡੇ ਦਫ਼ਤਰ ਦੇ ਵਿੱਚ ਘਰ ਤੁਹਾਡੀ ਹਾਜ਼ਰੀ ਜਾਂ ਗੈਰ ਹਾਜ਼ਰੀ ਦੇ ਵਿੱਚ ਕੁੱਟਿਆ ਗਿਆ, ਮਤਲਬ ਤੁਹਾਡੇ ਇਸ਼ਾਰੇ ਤੋਂ ਹੋਇਆ। ਇਸ ਕਰਕੇ ਜਿਹੜੇ ਉਹ MLA ਸਾਹਿਬ ਪਰਦੇ ਪਾ ਰਹੇ ਨੇ, ਉਹਨਾਂ ਨੂੰ ਪਰਦੇ ਨਹੀਂ ਪਾਉਣੇ ਚਾਹੀਦੇ। ਉਹਨਾਂ ਨੂੰ ਬਤੌਰ MLA ਇਹ ਕਹਿਣਾ ਚਾਹੀਦਾ ਹੈਗਾ SSP ਨੂੰ ਕਿ ਮੇਰੇ ਵਾਸਤੇ ਕਾਨੂੰਨ ਪਹਿਲਾਂ। ਜਿਹੜਾ ਵੀ ਬੰਦਾ ਗਲਤ ਆ, ਚਾਹੇ ਉਹ ਸਬ ਇੰਸਪੈਕਟਰ ਕੈਲਾਸ਼ ਚੰਦਰ ਗਲਤ ਆ, ਚਾਹੇ ਹਰਜਿੰਦਰ ਸਿੰਘ ਤੇ ਦਵਿੰਦਰ ਸਿੰਘ ਉਹਦੇ ਸਮਰਥਕ ਗਲਤ ਆ, ਜਿਹੜਾ ਗਲਤ ਆ ਉਹਦੇ ਮੁਤਾਬਕ, ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਆ। ਫਿਰ ਨਿਆਂ ਹੁੰਦਾ। ਤੁਸੀਂ ਤੇ ਪਹਿਲਾਂ ਹੀ ਆਪੇ ਤੁਸੀਂ ਸ਼ਿਕਾਇਤ ਕਰ ਲਈ, ਆਪੇ ਤੁਸੀਂ ਕੁੱਟ ਲਿਆ, ਆਪੇ ਤੁਸੀਂ ਜੱਜ ਬਣ ਗਏ। ਇੱਦਾਂ ਤੇ ਉਹ ਵਰਲਡ ਲੈਵਲ ਤੇ ਇੱਕ ਡਿਸੀਜਨ ਆ, ਕੈਂਗਰੂ ਡਿਸੀਜਨ ਕਹਿੰਦੇ ਹੈਗੇ ਨੇ, ਠੀਕ, ਆਪੇ ਤੁਸੀਂ ਵਕੀਲ ਹੋ। ਇਹ ਕਿੱਥੋਂ ਦਾ ਅਨਿਆਏ ਹੈਗਾ? ਔਰ ਕੋਈ ਹੋਰ ਹੁੰਦਾ ਸਬ ਇੰਸਪੈਕਟਰ, ਉਹ ਵਿਚਾਰਾ ਜਰ ਗਿਆ, ਉਹਦੇ ਪਿੱਛੇ ਪੁਲਿਸ ਨਹੀਂ ਖੜੀ ਹੋਈ। ਜਿਹੜੇ ਰਿਟਾਇਰਡ ਪੁਲਿਸ ਅਫਸਰ ਆ ਗਏ ਨੇ, ਉਹਨਾਂ ਵੀ ਆਪਣੀ ਹਾਜ਼ਰੀ ਪਾ ਲਈ ਆ, CM ਸਾਹਿਬ ਨੂੰ ਲਿਖ ਲਿਆ, DGP ਨੂੰ ਸਾਹਿਬ ਨੂੰ ਲਿਖ ਲਿਆ। ਉਹ ਬਸ ਉਹਨੇ ਕਿ ਹੁੰਦੇ ਨੇ, ਕਿਉਂਕਿ ਰਹੇ ਯੂਨੀਫਾਰਮ ਵਾਲੇ ਪ੍ਰੋਟੈਸਟ ਕਰਦੇ ਕੁਰਦੇ ਤੇ ਹੁੰਦੇ ਨਹੀਂ, ਕਾਗਜ਼ੀ ਕਾਰਵਾਈ ਕਰਦੇ ਹੁੰਦੇ ਨੇ। ਪਰ ਇਸ ਮਸਲੇ ਦੇ ਵਿੱਚ ਲੱਗਦਾ ਕਿ ਇਸ MLA ਸਾਹਿਬ ਜਾਂ ਸਬ ਇੰਸਪੈਕਟਰ, ਪਹਿਲੀ ਗੱਲ ਉਹ MLA ਨੂੰ ਉਹਨਾਂ ਦਾ ਹੱਕ ਨਹੀਂ ਸੀ, ਪੱਖ ਨਹੀਂ ਪੂਰਨਾ ਚਾਹੀਦਾ। ਉਹ ਜੇ ਉਹ ਵਾਕਈ ਕਸੂਰਵਾਰ ਨਹੀਂ ਆ, ਜਿਹੜੇ ਇਹਦੇ ਸਮਰਥਕ, ਉਹਨਾਂ ਦਾ ਪਰਿਵਾਰ ਆਵੇ ਬਾਹਰ। ਉਹ ਹੁਣ ਗੇਮ ਜੀ ਬਣਾਈ ਜਾ ਰਹੀ ਹੈ ਇਸ ਮਸਲੇ ਦੇ ਵਿੱਚ ਕਿ ਇੱਕ ਵਾਰ ਉਹਨੂੰ ਸਬ ਇੰਸਪੈਕਟਰ ਨੂੰ ਘੇਰਾ ਪਾ ਲਈਏ, ਫਿਰ ਅਸੀਂ ਆਪਣੇ ਹਿਸਾਬ ਦੇ ਨਾਲ ਰਾਜੀਨਾਮਾ ਕਰਵਾ ਲਾਂਗੇ ਵੀ ਦੇਖ ਲਾ ਤੇਰੇ ਖਿਲਾਫ ਵੀ ਪਰਚਾ ਹੋ ਗਿਆ, ਤੇਰੇ ਖਿਲਾਫ ਵੀ ਪਰਚਾ ਹੋ ਗਿਆ। ਇਸ ਕਰਕੇ ਉਹ ਸਬ ਇੰਸਪੈਕਟਰ ਵੀ ਡਰ ਡੁਰ ਜਾਊਗਾ, ਕਿਉਂਕਿ ਹੁਣ ਉਹ MLA ਨੇ ਜਿਵੇਂ ਗੇਮ ਬਣਾਈ ਆ ਕਿ ਅਸੀਂ SSP ਨੂੰ ਮਿਲੇ ਹੈਗੇ ਵੀ ਸਾਨੂੰ ਇਨਸਾਫ ਦਿੱਤਾ ਜਾਵੇ, ਧੱਕਾ ਬਲੈਕਮੇਲਿੰਗ ਦਾ ਪਰਚਾ ਦਰਜ ਹੋ ਜਾਊਗਾ, ਉਹ ਕੁੜੀਆਂ ਦਾ ਫਿਲਮਾਂ ਵਾਲਾ ਮਸਲਾ, ਉਹਦੇ ਖਿਲਾਫ ਗੇਮ ਜੀ ਬਣਾ ਲਈ ਹੈ, ਸੰਗੀਨ ਕਿਸਮ ਦੇ ਕੇਸ ਦੇ ਤਹਿਤ ਕੇਸ ਰਜਿਸਟਰ ਕਰ ਦੇਣਗੇ। ਇਸ ਮਸਲੇ ਦੇ ਵੇਖੋ ਸਭ ਤੋਂ ਵੱਡੀ ਗੱਲ ਕਿ ਜਿਹੜਾ SHO ਰੰਗੜ ਨੰਗਲ ਆ, ਉਹ ਮੌਕੇ ਤੇ ਗਿਆ ਬਾਅਦ 'ਚ ਜਦੋਂ ਸਬ ਇੰਸਪੈਕਟਰ ਨੇ ਬੁਲਾਇਆ। ਕੀ ਉਹ ਗਵਾਹੀ ਨਹੀਂ ਦੇਗਾ ਕਿ ਜਦੋਂ ਮੈਂ ਗਿਆ ਉਹਦੀ ਪੱਗ ਲੱਥੀ ਕਿ ਨਹੀਂ ਲੱਥੀ? ਇੱਕ ਵਾਰ ਪੱਗ ਤੁਸੀਂ ਬੰਨ ਲਓ, ਦੂਜੀ ਵਾਰ ਜੇ ਕੋਈ ਤੁਹਾਡੀ ਪੱਗ ਢਾਹ ਦੇ ਉੱਦਾਂ ਦੀ ਨਹੀਂ ਵੱਜਦੀ, ਫਿਰ ਤੁਹਾਨੂੰ ਵਲੇਟਾ ਹੀ ਮਾਰਨਾ ਪੈਂਦਾ ਹੈਗਾ। ਉਹ SHO ਦੀ ਗਵਾਹੀ ਹੈ। ਜਾਂ ਤੁਸੀਂ ਗਏ ਨੇ, ਬੰਦੇ ਦਾ ਪਤਾ ਲੱਗ ਜਾਂਦਾ ਕਿ ਇਹਦੇ ਨਾਲ ਵਧੀਕੀ ਹੋਈ ਆ, ਬਦਸਲੂਕੀ ਹੋਈ ਆ, ਕੁੱਟਿਆ ਮਾਰਿਆ, ਪਤਾ ਲੱਗ ਜਾਂਦਾ। ਬੰਦਾ ਚਾਹੇ ਜੋ ਮਰਜ਼ੀ ਥਾਣੇਦਾਰ ਹੋਵੇ, ਚਾਹੇ SSP ਲੱਗਾ ਹੋਵੇ, ਇੱਕ ਦੇ ਕਿਸੇ ਦੀ ਬੇਇੱਜ਼ਤੀ ਕਰ ਦੋਗੇ, ਬੰਦਾ ਉਹੀ ਘਬਰਾਹਟ ਜਾਂਦਾ ਹੈਗਾ। ਉਸ ਵੇਲੇ ਉਹ ਘਬਰਾਹਟ 'ਚ ਹੈ ਕਿ ਨਹੀਂ ਹੈ? ਉਹਦੀਆਂ ਅੱਖਾਂ 'ਚ ਹੰਝੂ ਹੈ ਕਿ ਨਹੀਂ? ਉਹਦਾ ਦਿਲ ਭਰਿਆ ਹੈ ਕਿ ਨਹੀਂ ਭਰਿਆ ਹੈਗਾ? ਇਹ ਰੰਗੜ ਨੰਗਲ ਦਾ SHO ਜਾਣਦਾ। ਜਿਹੜੇ ਰੰਗੜ ਨੰਗਲ ਦੇ SHO ਨੇ MLA ਦੇ ਕਹਿਣ ਤੇ ਸਬ ਇੰਸਪੈਕਟਰ ਕੈਲਾਸ਼ ਚੰਦਰ ਨੂੰ ਉਹਦੇ ਦਫ਼ਤਰ ਭੇਜਿਆ। ਪਹਿਲਾਂ ਘਰ ਗਿਆ ਵੀ ਘਰ ਬੁਲਾ ਰਹੇ ਨੇ, MLA ਘਰ ਨਹੀਂ ਸੀ ਹੈਗਾ। ਫਿਰ ਉਹ ਜਿਹੜਾ ਪਿੰਡ ਮਿਸ਼ਰਪੁਰਾ ਦੇ ਵਿੱਚ ਉਹਨੇ ਦਫ਼ਤਰ ਆ, ਫਿਰ ਉੱਥੇ ਆ ਗਿਆ। ਉੱਥੇ ਉਹ ਜੇ ਗਿਆ ਨਹੀਂ, ਉਹਨੇ ਪੁੱਛਿਆ ਨਹੀਂ ਕਿ MLA ਸਾਹਿਬ ਬੈਠੇ ਨਹੀਂ, ਇੰਨੇ ਚਿਰ ਨੂੰ ਉਹਨਾਂ ਨੇ ਅਟੈਕ ਕਰ ਦਿੱਤਾ ਹੈਗਾ। ਇਹ ਸਾਰੀ ਕਹਾਣੀ ਆ। ਲੇਕਿਨ ਪਤਾ ਨਹੀਂ ਬਟਾਲਾ ਪੁਲਿਸ ਕਿਉਂ ਪਰਦਾ ਪਾ ਕੇ ਬੈਠੀ ਹੈਗੀ ਆ। ਜੀ,
ਇੱਕ ਮਸਲਾ ਕਿਸਾਨਾਂ ਨਾਲ ਜੁੜਿਆ, ਮੰਗਾਂ ਕਾਫੀ ਤਾਂ ਪੁਰਾਣੀਆਂ ਤੇ ਕੁਝ ਹੜ੍ਹਾਂ ਦੇ ਕਰਕੇ ਜਿਹੜੇ ਹਾਲਾਤ ਬਣੇ ਉਹਦੇ ਮੁਆਵਜ਼ੇ ਦੀ ਮੰਗ ਹੋ ਰਹੀ ਹੈ। ਹੁਣ ਕੇਂਦਰ ਤੇ ਪੰਜਾਬ ਸੂਬੇ ਦੋਵਾਂ ਦੇ ਖਿਲਾਫ ਕਹਿੰਦੇ ਮੋਰਚਾ ਵੱਢਣਾ, ਟਰੈਕਟਰ ਟਰਾਲੀਆਂ ਲੈ ਕੇ ਅਸੀਂ ਚੱਲ ਪਏ ਹਾਂ, ਚਾਹੇ ਮਾਲਵੇ ਵਾਲੇ ਪਾਸੋਂ, ਚਾਹੇ ਮਾਝੇ ਵਾਲੇ ਪਾਸੋਂ, ਚਾਹੇ ਦੁਆਬੇ ਵਾਲੇ, ਸਾਰੇ ਦੇ ਸਾਰੇ ਕਿਸਾਨ ਮੋਰਚਾ ਲਾਉਣਗੇ ਚੰਡੀਗੜ੍ਹ 'ਚ। ਥਾਂ ਮਿਲੀ ਨਹੀਂ ਉਹਨਾਂ ਨੂੰ, ਰਾਜਪਾਲ ਨਾਲ ਵੀ ਗੱਲ ਨਹੀਂ ਬਣੀ, ਸਹਿਮਤੀ ਨਹੀਂ ਬਣੀ, ਪਰ ਕਹਿੰਦੇ ਅਸੀਂ ਆਵਾਂਗੇ। ਪਰ ਦੂਜੇ ਪਾਸੇ ਪ੍ਰਸ਼ਾਸਨ ਨੇ ਤਰੀਕਾ ਲੱਭ ਲਿਆ ਕਿ ਘਰਾਂ 'ਚ ਡਿਟੇਨ ਕਰ ਦਿਓ ਲੀਡਰਾਂ ਨੂੰ, ਆਪੇ ਹੀ ਕਿਸਾਨ ਖਿੰਡ ਪੁੰਡ ਜਾਣਗੇ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਇੱਕ ਦਿੱਲੀ, ਇੱਕ ਚੰਡੀਗੜ੍ਹ, ਇਹ ਸੈਂਟਰ ਦਾ ਕਬਜ਼ਾ ਹੋ ਗਿਆ। ਕਿਸਾਨਾਂ ਨੇ ਉੱਥੇ ਵੀ ਜੰਤਰ ਮੰਤਰ ਧਰਨਾ ਦੇਣਾ ਤੇ ਰੋਕ ਲਿਆ। ਚੰਡੀਗੜ੍ਹ ਦੇ ਵਿੱਚ ਬਦ ਨਸੀਬ ਹੀ ਕਵਾਂਗੇ ਪੰਜਾਬ ਸਰਕਾਰ, ਚਾਹੇ ਅਕਾਲੀ ਚਾਹੇ ਕਾਂਗਰਸ, ਨੂੰ ਆਪ ਹਰਿਆਣਾ ਦੇ ਵਿੱਚ ਚਾਹੇ ਕਾਂਗਰਸ ਚਾਹੇ ਹੁਣ ਬੀਜੇਪੀ ਦੀ ਸਰਕਾਰ, ਦੋਨਾਂ ਦੀ ਰਾਜਧਾਨੀ ਆ। ਤੁਸੀਂ ਚੰਡੀਗੜ੍ਹ ਦੇ ਵਿੱਚ ਧਰਨਾ ਨਹੀਂ ਲਾ ਸਕਦੇ, ਚੰਡੀਗੜ੍ਹ ਐਂਟਰ ਨਹੀਂ ਕਰ ਦਿੰਦੇ। ਉੱਥੇ ਮਣੀ ਮਾਜਰੇ ਰੋਕ ਲੈਂਦੇ ਨੇ, ਇੱਥੇ ਦਾਰਾ ਸਟੂਡੀਓ ਰੋਕ ਲੈਂਦੇ ਨੇ, ਜਾਂ ਉਹ ਮੋਹਾਲੀ 10 ਫੇਸ ਰੋਕ ਲੈਂਦੇ ਹੈਗੇ ਨੇ। ਹੁਣ ਵੀ ਤੁਸੀਂ ਆਪਣੀ ਰਾਜਧਾਨੀ ਦੇ ਵਿੱਚ ਨਹੀਂ ਧਰਨਾ ਦੇ ਸਕਦੇ, ਕਿੱਥੇ ਦੋਗੇ? ਕਿਤੇ ਰਾਜਸਥਾਨ ਦੇ ਜਾ ਕੇ ਜੈਪੁਰ ਧਰਨਾ ਦੇਣਾ ਹੈਗਾ, ਜਾਂ ਹਿਮਾਚਲ 'ਚ ਜਾ ਕੇ ਸ਼ਿਮਲੇ ਦੇਣਾ ਹੈਗਾ ਧਰਨਾ? ਜਿਹੜੀ ਸਟੇਟ ਦੇ ਨਾਲ ਤੁਹਾਡਾ ਕੰਸਰਨ ਆ, ਤੁਸੀਂ ਉੱਥੇ ਜਾ ਕੇ ਧਰਨਾ ਦੋਗੇ ਨਾ। ਇਹ ਤੇ ਇੱਕ ਜਿਹੜਾ 5 ਸਟਾਰ ਹੋਟਲ ਆ ਉਹਦੇ ਲਾਗੇ ਮਟਕਾ ਚੌਂਕ ਸੀ, ਮਟਕਾ ਚੌਂਕ ਦੇ ਧਰਨੇ ਲੱਗਦੇ ਸੀ। ਉਹ ਕਹਿੰਦੇ ਇਹ ਤੇ ਸਾਡੇ ਨੁਕਸਾਨ ਹੁੰਦਾ, ਸਾਡੀ ਪਰਸਨੈਲਿਟੀ ਦੇ ਖਿਲਾਫ ਆ, ਸਾਡਾ 5 ਸਟਾਰ ਹੋਟਲ ਆ, ਇੱਧਰ ਦੀ ਮੰਤਰੀ ਲੰਘਦੇ ਨੇ, ਜੱਜ ਲੰਘਦੇ ਨੇ, ਬੈਡ ਇੰਪ੍ਰੈਸ਼ਨ ਜਾਂਦਾ ਜੀ। ਉਹਨਾਂ ਚੱਕ ਕੇ ਉੱਥੇ ਕਰਾਤਾ ਸ਼ਮਸ਼ਾਨ ਘਾਟ ਲਾਗੇ ਸੈਕਟਰ 25 'ਚ ਬਣਾ ਦਿੱਤੀ ਰੈਲੀ ਗਰਾਊਂਡ। ਉੱਥੇ ਨਾ ਮੀਡੀਆ ਵਾਲਾ ਜਾਂਦੇ ਸੀ, ਨਾ ਕੋਈ ਪੋਲੀਟੀਸ਼ੀਅਨ ਜਾਂਦਾ। ਇਹ ਸੈਂਟਰ ਪੁਆਇੰਟ ਸੀ, ਇੱਥੇ ਲੋਕੀ ਆਉਂਦੇ ਜਾਂਦੇ ਸੀ, ਮੀਡੀਆ ਵੀ ਚਲਾ ਜਾਂਦਾ, ਖਬਰਾਂ ਛਪ ਜਾਂਦੀਆਂ, ਸਰਕਾਰ 'ਤੇ ਪ੍ਰੈਸ਼ਰ ਪੈਂਦਾ। ਹੁਣ ਦੇਖੋ, ਪੰਜਾਬ ਤੇ ਹਰਿਆਣਾ ਦੇ ਕਿਸਾਨ ਮੰਗਾਂ ਲੈ ਕੇ ਆਉਣਾ ਚਾਹੁੰਦੇ ਨੇ, ਰਾਹ ਹੀ ਰੋਕ ਲਿਆ, ਨਹੀਂ ਅਸੀਂ ਇੱਥੇ ਨਹੀਂ ਆਉਂਦੇ, ਤੁਸੀਂ ਉੱਥੇ ਜਾਓ। ਅੱਧੀ ਰਾਤ ਕਹਿੰਦੇ ਗਵਰਨਰ ਨਾਲ ਵੀ ਮੀਟਿੰਗ ਹੋਈ ਆ, ਪਹਿਲਾਂ ਪੁਲਿਸ ਵਾਲੇ, ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਦੇ ਅਫਸਰਾਂ ਨਾਲ ਗੱਲ ਹੋਈ, ਫਿਰ SSP ਦੀ ਸਟੇਟਮੈਂਟ ਆ ਗਈ। ਹੁਣ ਚੰਡੀਗੜ੍ਹ ਪੁਲਿਸ ਨੇ ਤੇ ਪੰਜਾਬ ਨੇ ਮਿਲ ਕੇ ਕੀ ਕੀਤਾ, ਸਰਕਾਰ ਦੇ ਕਹਿਣ ਤੇ ਕੀ ਕੀਤਾ ਕਿ ਕਿਸਾਨ ਆਉਣ ਨਾ ਦਿਓ, ਕਿਸਾਨਾਂ ਨੂੰ ਉੱਥੇ ਜੀ ਧਰਨਾ ਫੜ ਲਓ, ਘਰਾਂ ਦੇ ਵਿੱਚ ਹਾਊਸ ਅਰੈਸਟ ਕਰ ਲਓ। ਇਹ ਕਿੰਨੇ ਦਿਨ ਕਰ ਲਓਗੇ ਤੁਸੀਂ? ਚੰਡੀਗੜ੍ਹ ਆਉਣ ਨਹੀਂ ਦਿਓਗੇ, ਜ਼ਿਲ੍ਹਿਆਂ 'ਚ ਤੇ ਧਰਨਾ ਹੋਊਗਾ, ਫਿਰ ਟੋਲ ਟੈਕਸ ਰੋਕਣਗੇ। ਜੇ ਤੁਸੀਂ ਗੱਲ ਨਿਪਟਾਉਂਦੇ ਨਹੀਂ ਤਾਂ ਫਿਰ ਕਿਸਾਨਾਂ ਨੂੰ ਇਹ ਕੰਮ ਕਰਨਾ ਪੈਂਦਾ ਹੈਗਾ। ਦੇਖੋ, ਸਰਕਾਰਾਂ ਕਿਸਾਨਾਂ ਨੂੰ ਆਪਣੇ ਹੱਕ ਵੀ ਨਹੀਂ ਲੈਣ ਦਿੰਦੀਆਂ ਹੈਗੀਆਂ, ਰੌਲਾ ਵੀ ਨਹੀਂ ਪਾਉਣ ਦਿੰਦੀਆਂ ਵੀ ਸਾਡੀ ਮੰਗ ਕੀ, ਉਹ ਵੀ ਨਹੀਂ ਸੁਣਨਾ ਚਾਹੁੰਦੇ ਹੈਗੇ। ਤੇ ਇਸ ਕਰਕੇ ਹੁਣ ਕਿਸਾਨਾਂ ਦੀ ਜਿਹੜੀ ਫੜੋ ਫੜੀ ਆ, ਕੱਲ ਦੇਖਦੇ ਪਹੁੰਚਦੇ ਕਿ ਨਹੀਂ ਪਹੁੰਚਦੇ, ਲੀਡਰ ਤੇ ਫੜ ਲਿਆ ਗਏ। ਪਰ ਇਹ ਹੈ ਕਿ ਇੱਧਰ ਮਣੀ ਮਾਜਰੇ ਰੋਕ ਲੈਣਗੇ, 6 ਫੇਸ ਰੋਕ ਲੈਣਗੇ, ਕਿਸਾਨਾਂ ਨੂੰ ਆਉਣ ਨਹੀਂ ਦੇਣਗੇ। ਪਰ ਇਹ ਗਲਤ ਆ। ਪ੍ਰੋਟੈਸਟ ਕਰਨ ਦਾ ਤੇ ਹਰ ਇੱਕ ਦਾ ਰਾਈਟ ਹੈਗਾ, ਉਹ ਕਰਨ ਦੇਣਾ ਚਾਹੀਦਾ, ਜਾਂ ਫਿਰ ਮੰਗਾਂ ਮੰਨ ਲਓ। ਪਰ ਕਿਸਾਨਾਂ ਨੇ ਚੈਲੰਜ ਵੱਡਾ ਕੀਤਾ ਨਾ, ਕਹਿੰਦੇ ਅਸੀਂ ਦਿੱਲੀ ਜੇ ਪਹੁੰਚ ਸਕਦੇ ਹਾਂ, 250-300 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ। ਕਿੰਨੀਆਂ ਰੋਕਾਂ ਸੀ ਰਾਹ 'ਚ, ਸਾਰੇ ਬੈਰੀਕੇਡ ਪੱਟ ਕੇ ਉਹ ਮਾਰੇ। ਚੰਡੀਗੜ੍ਹ ਨਹੀਂ ਰੋਕਣਾ ਜਾਣਾ ਤੁਹਾਡੇ ਤੋਂ, ਅਸੀਂ ਤਾਂ ਪਹੁੰਚਣਾ ਹੀ ਹੈ। ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਇਸ ਟਾਈਮ ਕਿਸਾਨ ਤੇ ਕੁਝ ਵੀ ਕਰ ਸਕਦੇ। ਜੇ ਕਿਸਾਨ ਆਪਣੇ ਆਈ ਤੇ ਆ ਗਏ, ਜਾਂ ਸਮਾਜ ਜਾਂ ਆਵਾਮ ਜਦੋਂ ਆਪਣੀ ਆਈ ਤੇ ਆ ਜਾਏ, ਸਭ ਕੁਝ ਹੋ ਜਾਂਦਾ ਹੈਗਾ। ਹੁਣ ਸਵਾਲ ਹੈ ਕਿ ਪੰਜਾਬ ਤੇ ਇਸ ਟਾਈਮ ਵਿਪਤਾ ਦੀ ਘੜੀ ਦੇ ਵਿੱਚ ਆ, ਵੇਲਾ ਇਸ ਤਰ੍ਹਾਂ ਕਿ ਹੜ੍ਹ ਆਏ ਨੇ ਗੁਰਦਾਸਪੁਰ ਤੋਂ ਲੈ ਕੇ ਫਿਰੋਜ਼ਪੁਰ, ਫਾਜ਼ਿਲਕਾ ਤੱਕ, ਲੋਕ ਤੇ ਆਪਣੀਆਂ ਜਾਨਾਂ ਬਚਾ ਰਹੇ ਨੇ। ਜੇ ਲੋੜ ਪੈ ਤੇ ਕਿਸਾਨ ਅਗਰ ਦਿੱਲੀ ਜਾ ਸਕਦੇ ਤੇ ਚੰਡੀਗੜ੍ਹ ਵੀ ਆ ਸਕਦੇ। ਤੇ ਜੇ ਚੰਡੀਗੜ੍ਹ 50,000 ਵੀ ਕਿਸਾਨ ਆ ਗਿਆ ਤੇ ਚੰਡੀਗੜ੍ਹ ਪੁਲਿਸ 6,000 ਆ, ਸਾਂਭਿਆ ਨਹੀਂ ਜਾਣਾ। ਕੀ ਕੁਝ ਤੁਸੀਂ ਫਿਰ ਕੀ ਕਰ ਲੋਗੇ? ਤੁਸੀਂ ਫਿਰ ਤੇ ਆਉਣਗੇ, ਫਿਰ ਕਿਵੇਂ ਰੋਕ ਲੋਗੇ? ਜੋ ਮਰਜ਼ੀ ਕਰ ਲਓ। ਉਹ ਤੇ ਦੇਖੋ ਕਿੰਨਾ 250 ਕਿਲੋਮੀਟਰ ਚੱਲ ਕੇ ਚਲ ਗਏ, ਇਹ ਕਿੰਨਾ ਕੀ ਆ, ਇੱਥੇ ਵੀ ਆ ਜਾਣਗੇ। ਪਰ ਸਵਾਲ ਹੈ ਕਿ ਸਰਕਾਰਾਂ ਇੱਦਾਂ ਦੀ ਨੌਬਤ ਕਿਉਂ ਆਉਂਦੀ ਹੈਗੀ, ਇਹ ਵੱਡਾ ਸਵਾਲ ਆ। ਹੁਣ ਥਾਂ ਥਾਂ ਲਾਠੀ ਚਾਰਜ ਹੋਣਗੇ, ਰੋਕਾਂ ਪੈਣਗੀਆਂ, ਤੋੜਦੇ ਆਉਣਗੇ, ਕਾਨੂੰਨ ਵਿਵਸਥਾ ਫਿਰ ਕਹਿਣਗੇ ਖਰਾਬ ਹੋ ਗਿਆ। ਫਿਰ ਕੀ ਤੁਸੀਂ ਕਰ ਲਓਗੇ? 144 ਲਾ ਲਓਗੇ, 144 ਕੀ ਕਰ ਲਓਗੇ? ਕਿੰਨੇ ਕੀ ਬੰਦੇ ਫੜ ਲਓਗੇ? ਇੰਨੀਆਂ ਤਾਂ ਤੁਹਾਡੇ ਕੋਲ ਜੇਲ੍ਹਾਂ ਵੀ ਨਹੀਂ ਹੈਗੀਆਂ। ਕਰੋਨਾ ਕਾਲ ਦੇ ਵਿੱਚ ਵੀ ਤੁਸੀਂ ਕੀ ਕਰ ਲਿਆ ਹੈਗੇ ਨਾ। ਇਸ ਕਰਕੇ ਸਭ ਤੋਂ ਵੱਡੀ ਗੱਲ ਕਿ ਤੁਸੀਂ ਪਹਿਲਾਂ ਹੀ ਮਸਲੇ ਹੱਲ ਕਰ ਲਓ ਨਾ। ਮੀਟਿੰਗਾਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਹੈਗੀਆਂ? ਉਹਦਾ ਨਿਚੋੜ ਕੱਢੋ। ਹੁੰਦਾ ਕੀ ਹੁੰਦਾ, ਸਰਕਾਰਾਂ ਕੀ ਕਰ ਦਿੰਦੀਆਂ, 20 ਮੰਗਾਂ, 20 ਚੋਂ 5 ਮੰਗ ਲੈਂਦੇ, ਫਿਰ 5 ਕੀ ਹੋਰ ਮੰਨ ਲੈਂਦੇ ਹੈਗੇ। ਇਹ ਸਰਕਾਰ ਦੀ ਰਣਨੀਤੀ ਪਤਾ ਨਹੀਂ ਕਿਵੇਂ ਦੀ ਹੈਗੀ ਆ। ਪਰ ਜੇ ਤੁਸੀਂ ਇੱਦਾਂ ਰੋਕੋਗੇ, ਰੋਕਿਆ ਜਿਹੜੇ ਰੋਕ ਨੇ ਉਹ ਨਹੀਂ ਰੁਕਦੇ ਹੁੰਦੇ ਲੋਕ। ਅੱਜ ਤੁਸੀਂ ਉਹਨਾਂ ਨੂੰ ਰੋਕਣੇ, ਕੱਲ੍ਹ ਉਹ ਤੁਹਾਨੂੰ ਪਿੰਡਾਂ ਤੋਂ ਜਾਣ ਤੇ ਰੋਕ ਦੇਣਗੇ, ਫਿਰ ਤੁਹਾਡੇ ਅੱਡੀਆਂ ਨੂੰ ਥੁੱਕ ਲਵਾਉਣਗੇ। ਫਿਰ ਤੇ ਲੋਕੀ ਵੀ ਆ ਵੀ ਕੋਈ ਗੱਲ ਨਹੀਂ, ਵੋਟਾਂ ਕਿਹੜੀਆਂ ਕਿਤੇ 50 ਸਾਲ ਬਾਅਦ ਪੈਂਦੀਆਂ ਨੇ। ਸਰਪੰਚੀ ਦੀਆਂ ਵੋਟਾਂ ਆ ਗਈਆਂ ਦਸੰਬਰ ਦੇ ਵਿੱਚ, ਮਈ ਦੇ ਵਿੱਚ ਲੋਕ ਸਭਾ ਦੀਆਂ ਆ ਗਈਆਂ, ਫਿਰ ਵਿਧਾਨ ਸਭਾ ਦੀ ਆ ਜਾਣਗੀਆਂ। ਇਹ ਤੇ ਆਈ ਚਲਾਈ ਹੈ। ਜੇ ਅੱਜ ਤੁਸੀਂ ਰੋਕੋਗੇ, ਕੱਲ੍ਹ ਨੂੰ ਤੁਹਾਨੂੰ ਵੀ ਰੋਕ ਲੈਣਗੇ। ਪਰ ਇਹ ਹੈ ਕਿ ਇਹ ਮਸਲੇ ਹੱਲ ਹੋਣੇ ਚਾਹੀਦੇ ਹੈਗੇ ਨੇ। ਔਰ ਕਿਸਾਨ ਤੇ ਜੇ ਆਈ ਤੇ ਆ ਗਏ, ਤੇ ਜੇ ਉਹ ਨਰਿੰਦਰ ਮੋਦੀ ਸਾਹਿਬ ਦੀ ਸਰਕਾਰ ਨੂੰ ਮਨਵਾ ਸਕਦੇ ਨੇ, ਮਾਫੀ ਮੰਗਣੀ ਪਈ, ਤੇ ਫਿਰ ਪੰਜਾਬ ਸਰਕਾਰ ਜਾਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਜੀ ਬਹੁਤ ਸ਼ੁਕਰੀਆ।
ਪ੍ਰੋਗਰਾਮ 16 ਨੇ ਸੱਚ ਦੇ ਵਿੱਚ 2-3 ਮੁੱਦਿਆਂ ਤੇ ਅਸੀਂ ਗੱਲਬਾਤ ਕੀਤੀ। ਤੁਸੀਂ ਕੀ ਸੋਚਦੇ ਸਮਝਦੇ ਹੋ? ਆਪਣੀ ਰਾਏ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ। ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।